ਜਦੋਂ ਹੁਕਮ ਆ ਗਿਆ ਪਰਮਾਤਮਾ ਅਕਾਲ ਪੁਰਖ ਦਾ, ਤੁਸੀਂ ਰਹਿ ਨਹੀਂ ਸਕਦੇ। ਹੁਕਮ ਆ ਗਿਆ, ਉਹਨਾਂ ਨੇ ਕੱਢ ਕੇ ਲਿਜਾਣਾ ਹੀ ਪੈਣਾ। ਤਾਂ ਹੀ ਮਹਾਰਾਜ ਕਹਿੰਦੇ ਫਿਰ ਹੋਊ ਕੀ? ਕਹਿੰਦੇ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਰੱਖ ਦੇਵੋ ਤੇ ਪਾਣੀ ਤੋਂ ਬਿਨਾਂ ਉਹ ਤੜਫ ਤੜਫ ਕੇ ਮਰ ਜਾਂਦੀ ਆ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੁਹਾਡੇ ਮਨ ਦੀ ਵੀ ਹਾਲਤ ਹੋ ਚੁੱਕੀ ਆ। ਅੰਤ ਵੇਲੇ ਤੁਹਾਨੂੰ ਇੰਨਾ ਤੜਫਾਇਆ ਜਾਏਗਾ ਕਿ ਮਨ ਨੂੰ ਘੋਰ ਨਰਕਾਂ ਦੇ ਵਿੱਚ ਸੁੱਟਿਆ ਜਾਏਗਾ। ਤੇ ਮਹਾਰਾਜ ਕੀ ਸਮਝਾਉਂਦੇ ਆ? ਸਤਿਗੁਰ ਸਮਝਾਉਂਦੇ, ਨਰਕ ਕੂਪ ਮਹਿ ਗੋਤੇ ਖਾਵੈ, ਜਿਉ ਜਲ ਤੇ ਬਾਹਰ ਮੀਨਾ ਰੇ। ਮਹਾਰਾਜ ਕਹਿੰਦੇ ਆ ਜਿਵੇਂ ਪਾਣੀ ਤੋਂ ਬਾਹਰ ਆ ਕੇ ਮੱਛੀ ਤੜਫਦੀ ਆ, ਗੋਤੇ ਭਾਵ ਗੋਤੇ ਖਾਣ ਦਾ ਮਤਲਬ ਇੱਕ ਅਸੀਂ ਪਾਣੀ 'ਚ ਡੁੱਬ ਕੇ ਗੋਤੇ ਖਾਂਦੇ ਆ, ਕਿਉਂਕਿ ਉਦੋਂ ਵੀ ਮਰਦੇ ਆ, ਕਿੰਨੀ ਔਖੀ ਮੌਤ। ਜਿਵੇਂ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਮਰਦੀ ਹੈ ਤੜਫ ਤੜਫ ਕੇ, ਇਸੇ ਤਰ੍ਹਾਂ ਜੀਵ ਜਿਹੜਾ ਨਾਮ ਨੂੰ ਭੁੱਲ ਕੇ ਦੁੱਖ ਦੁਨੀਆ ਵਿੱਚ ਵੀ ਸਹਿ ਰਿਹਾ, ਤੇ ਇੱਕ ਦੁੱਖ ਉਹ ਜਿਹੜਾ ਉਹਨੂੰ ਸਰੀਰ ਛੱਡਣ ਤੋਂ ਅੱਗੇ ਜਾ ਕੇ ਫਿਰ ਵੀ ਮਿਲਣਾ ਆ। ਤੇ ਮਹਾਰਾਜ ਕੀ ਸਮਝਾਉਂਦੇ ਆ? ਮਹਾਰਾਜ ਕਹਿੰਦੇ ਜਿਹੜਾ ਸਾਕਤ ਬੰਦਾ ਹੁੰਦਾ, ਹੁਣ ਸਾਕਤ ਕਿਹਨੂੰ ਕਹਿੰਦੇ ਆ? ਸਾਕਤ ਕਹਿੰਦੇ ਮਨਮੁਖ ਜੀਵ ਨੂੰ। ਇੱਕ ਹੁੰਦਾ ਗੁਰਮੁਖ, ਜਿਹੜਾ ਗੁਰੂ ਦੀ ਮੱਤ ਲੈਂਦਾ, ਜਿਹੜਾ ਆਪਣੇ ਮਨ ਦਾ ਮੁਖ ਗੁਰੂ ਵੱਲ ਕਰ ਲੈਂਦਾ ਆ। ਇੱਕ ਹੁੰਦਾ ਮਨਮੁਖ, ਜਿਹੜਾ ਆਪਣੇ ਮਨ ਦਾ ਮੁਖ ਆਪਣੇ ਆਪ ਵੱਲ ਹੀ ਕਰਕੇ ਰੱਖਦਾ, ਆਪਣੀ ਮੱਤ ਵਰਤਦਾ, ਗੁਰੂ ਦੀ ਮੱਤ ਨਹੀਂ ਵਰਤਦਾ। ਹੁਣ ਸਾਕਤ ਬੰਦਾ ਮਹਾਰਾਜ ਕਹਿੰਦੇ ਆ ਕਿ 84 ਲੱਖ ਜੂਨ ਜਿਹੜੀ ਹੈ ਨਾ ਨਰਕ ਆ ਉਹ, ਤੇ ਉਹ ਭੋਗਦਾ ਰਹੇਗਾ ਬਾਰ-ਬਾਰ ਸੰਸਾਰ ਦੇ ਵਿੱਚ, ਜਿੱਦਾਂ ਦੇ ਮਰਜ਼ੀ ਭਾਵੇਂ ਚੰਗੇ ਕਰਮ ਕਰ ਲਏ, ਸੰਸਾਰ ਵਿੱਚ ਕੁਛ ਵੀ ਖੱਟ ਕਮਾ ਲਵੇ। ਮਹਾਰਾਜ ਕਹਿੰਦੇ 84 ਨਰਕ ਸਾਕਤ ਭੋਗਾਈਐ। ਭੋਗਾਈਐ ਦਾ ਮਤਲਬ ਭੋਗਣੇ। 84 ਲੱਖ ਜੂਨ ਜਿਹੜੀ ਆ, ਹੁਣ ਕਈ ਜੀਵ ਇੱਥੇ ਆ ਕੇ ਪੁੱਛ ਦਿੰਦੇ ਆ ਨਾ ਜੀ ਸਵਰਗ ਨਰਕ ਹੁੰਦਾ, ਤੇ ਕਈ ਵਾਰ ਇੱਥੇ ਆਪਾਂ ਰਲ ਮਿਲ ਕੇ ਸਾਰੇ ਵਿਚਾਰ ਕਰਦੇ ਹਾਂ ਵੀ ਸਵਰਗ ਕੀ ਆ? ਸਵਰਗ ਆ ਪ੍ਰਮਾਤਮਾ ਦਾ ਨਾਮ ਅਨਹਦ ਸ਼ਬਦ ਜਿਹੜਾ ਚੱਲ ਰਿਹਾ। ਸਵਰਗ ਆ ਪ੍ਰਮਾਤਮਾ ਦਾ ਉਹ ਘਰ ਜਿਸ ਘਰ ਤੋਂ ਅਸੀਂ ਵਿਛੜ ਕੇ ਆਏ ਹਾਂ। ਤੇ ਨਰਕ ਕੀ ਆ? ਨਰਕ 84 ਲੱਖ ਜੂਨ। ਇੱਥੇ ਵੀ ਸਤਿਗੁਰਾਂ 84 ਲੱਖ ਜੂਨ ਨਰਕ ਦੀ ਹੀ ਗੱਲ ਕੀਤੀ ਹੈ ਕਿ ਸਾਕਤ ਜੀਵ, ਮੂਰਖ ਜੀਵ, ਮਨਮੁਖ ਜੀਵ, ਜਿਹੜਾ ਗੁਰਬਾਣੀ ਤੇ ਪੜ੍ਹਦਾ ਆ ਪਰ ਗੁਰਬਾਣੀ ਜੋ ਕਹਿ ਰਹੀ ਉਹਨੂੰ ਕਮਾਉਂਦਾ ਹੀ ਨਹੀਂ, ਕੇਵਲ ਪੜ੍ਹਨ ਤੱਕ ਸੀਮਤ ਆ, ਜਾਂ ਜਿਹੜਾ ਗੁਰਬਾਣੀ ਵੀ ਨਹੀਂ ਪੜ੍ਹਦਾ, ਜਾਂ ਜਿਹੜਾ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਹੀ ਨਹੀਂ, ਉਹਨੂੰ ਮਨਮੁਖ ਤੇ ਸਾਕਤ ਕਹਿ ਦਿੱਤਾ। ਮਹਾਰਾਜ ਕਹਿੰਦੇ 84 ਨਰਕ ਸਾਕਤ ਭੋਗਾਈਐ। ਤੇ ਅੱਗੇ ਕੀ ਕਹਿੰਦੇ ਆ? ਕਹਿੰਦੇ ਜੈਸਾ ਕੀਚੈ ਤੈਸੋ ਪਾਈਐ। ਕਹਿੰਦੇ ਜੋ ਇੱਥੇ ਕਰਕੇ ਜਾਓਗੇ ਸੰਸਾਰ ਵਿੱਚ, ਜੇ ਤੇ ਸਿਮਰਨ ਕੀਤਾ, ਅਭਿਆਸ ਕੀਤਾ, ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਸ ਅਕਾਲ ਪੁਰਖ ਦੇ ਨਾਮ ਨੂੰ ਸੁਣਿਆ, ਤੇ ਮਹਾਰਾਜ ਕਹਿੰਦੇ ਫਿਰ ਤਾਂ ਤੁਸੀਂ ਅਗੰਮ ਵਿੱਚ ਪ੍ਰਵੇਸ਼ ਹੋ ਜਾਓਗੇ। ਜੇ ਨਹੀਂ ਤੇ ਇਹਨਾਂ ਤ੍ਰੈ ਗੁਣਾਂ ਦੇ ਵਿੱਚ, ਸਰੀਰ ਦੇ ਵਿੱਚ ਰਹਿ ਕੇ, ਨੌਵਾਂ ਦਰਾਂ ਵਿੱਚ ਰਹਿ ਕੇ, ਜੋ ਤੁਹਾਡਾ ਮਨ ਪੰਜਾਂ ਦੇ ਵਸ ਵਿੱਚ ਹੋ ਕੇ ਅੰਦਰ ਵਿਚਾਰਾਂ ਫੁਰਨਿਆਂ ਦੀ ਕਿਰਤ ਕਰਦਾ ਰਿਹਾ, ਮਹਾਰਾਜ ਕਹਿੰਦੇ ਉਹੋ ਜਿਹਾ ਫਲ ਤੁਹਾਨੂੰ ਅੱਗੇ ਜਾ ਕੇ ਮਿਲੇਗਾ। ਹੁਣ ਜਿਵੇਂ ਬਹੁਤ ਗੁਰਮੁਖ ਜਿੱਦਾਂ ਕਹਿ ਦਿੰਦੇ ਆ ਜੀ ਜਿਹੜਾ ਦੁੱਖ ਆਉਂਦਾ ਆ, ਜਿਹੜਾ ਇਹ ਸਾਰਾ ਕੁਛ ਮਾੜਾ ਚੰਗਾ ਹੁੰਦਾ, ਇਹ ਕਿਵੇਂ ਹੁੰਦਾ? ਤੇ ਸਤਿਗੁਰਾਂ ਦੀ ਬਾਣੀ ਦੁਆਰਾ ਆਪਾਂ ਵਿਚਾਰ ਕਰਦੇ ਕਿ ਜੋ ਪਿੱਛੇ ਬੰਦਾ ਕਮਾ ਕੇ ਆਉਂਦਾ ਉਹਨੂੰ ਅਗਲੇ ਪਾਸੇ ਉਹ ਵੱਢਣਾ ਪੈਂਦਾ, ਕਿਉਂਕਿ ਜੈਸਾ ਬੀਜੈ ਸੋ ਲੂਣੈ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਬੀਜ ਕੇ ਆਏ ਆਪਾਂ, ਹੁਣ ਫਸਲ ਆ, ਇੱਦਾਂ ਤਾਂ ਨਹੀਂ ਪਹਿਲੋਂ ਖਾਲੀ ਤੇ ਬਾਅਦ ਬੀਜੀ ਦੀ ਆ, ਪਹਿਲੋਂ ਬੀਜੀ ਦੀ ਆ, ਉਹਦਾ ਫਲ ਫੇਰ ਸਾਨੂੰ ਮਿਲਦਾ ਆ। ਆਪਾਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, ਪਹਿਲੋਂ ਸਾਰਾ ਸਾਲ ਪੜ੍ਹਾਈ ਕਰਨੀ ਪੈਂਦੀ ਆ, ਸਾਲ ਬਾਅਦ ਫਿਰ ਸਾਡਾ ਰਿਜ਼ਲਟ ਨਿਕਲਦਾ ਕਿ ਅਸੀਂ ਕੀ ਕੀਤਾ ਆ। ਇਸ ਤਰੀਕੇ ਨਾਲ ਬਹੁਤ ਜੀਵ ਭਰਮ 'ਚ ਆਪਾਂ ਕਿ ਜੋ ਹੁਣ ਕਰ ਰਹੇ ਹਾਂ ਇਸ ਜਨਮ ਦਾ ਕੀਤਾ ਫਲ ਸਾਨੂੰ ਇਸ ਜਨਮ 'ਚ ਮਿਲਦਾ, ਬਿਲਕੁਲ ਨਹੀਂ। ਇਹ ਪੂਰਬਲੇ ਜਨਮਾਂ ਦੁਆਰਾ ਜੋ ਅਸੀਂ ਖੱਟ ਕਮਾ ਕੇ ਆਏ ਹਾਂ ਉਹਦਾ ਫਲ ਸਾਨੂੰ ਹੁਣ ਇਸ ਜਨਮ 'ਚ, ਔਰ ਜੋ ਇਸ ਜਨਮ 'ਚ ਕਰ ਰਹੇ ਹਾਂ, ਜੋ ਸਾਡਾ ਮਨ ਕਰ ਰਿਹਾ, ਉਹਦਾ ਫਲ ਸਾਨੂੰ ਅਗਲੇ ਪਾਸੇ ਜਾ ਕੇ ਫਿਰ ਮਿਲੇਗਾ। ਤੇ ਮਹਾਰਾਜ ਗੁਰਬਾਣੀ 'ਚ ਤਾਈਓ ਸਮਝਾਉਂਦੇ ਆਪਾਂ ਨੂੰ ਬਾਰ-ਬਾਰ, ਕਹਿੰਦੇ ਜੈਸਾ ਕੀਚੈ, ਕਹਿੰਦੇ ਜੋ ਕਰੋਗੇ ਤੈਸੋ ਪਾਈਐ। ਤੇ ਮਹਾਰਾਜ ਕਿਉਂਕਿ ਕਹਿੰਦੇ ਆ ਵੀ ਸਤਿਗੁਰੂ ਤੋਂ ਬਾਅਦ ਬਗੈਰ ਉਹਦੇ ਬਾਝੋਂ ਮੁਕਤੀ ਨਹੀਂ ਹੈਗੀ। ਤੇ ਜੀਵ ਸਤਿਗੁਰ ਕਹਿੰਦੇ ਆ ਵੀ ਕਿਰਤ ਤਾਂ ਇਹਨੂੰ ਦਿੱਤੀ ਸੀਗੀ, ਭਈ ਕਿਰਤ ਜ਼ਰੂਰਤ ਮੁਤਾਬਕ ਆਪਾਂ ਕਰਨੀ, ਕਿਰਤ ਨੂੰ ਲਾਲਚ ਨਹੀਂ ਬਣਾਉਣਾ। ਹੁਣ ਕਈ ਜੀਵ ਕਹਿ ਦਿੰਦੇ ਨੇ ਜੀ ਤੁਸੀਂ ਤੇ ਕਹਿੰਦੇ ਆ ਜੀ ਪਰਮਾਤਮਾ ਕੋਲੋਂ ਕੁਝ ਮੰਗਣਾ ਹੀ ਨਹੀਂ ਚਾਹੀਦਾ, ਤੇ ਫਿਰ ਕਿਰਤ ਵੀ ਨਾ ਕਰੀਏ। ਸਤਿਗੁਰ ਕਹਿੰਦੇ ਕਿਰਤ ਤਾਂ ਕਰਨੀ ਆ,
ਪਰ ਕਿਰਤ ਓਨੀ ਕਰਨੀ ਜਿੰਨੀ ਸਾਨੂੰ ਜ਼ਰੂਰਤ ਆ। ਕਿਰਤ ਦੇ ਨਾਲ ਆਪਣੇ ਮਨ ਨੂੰ ਬੰਨ੍ਹ ਨਹੀਂ ਲੈਣਾ, ਭਾਵ ਕਿ ਕਿਰਤ ਹੀ ਸਾਨੂੰ ਚੇਤੇ ਰਹਿ ਜਾਵੇ, ਪਰਮਾਤਮਾ ਭੁੱਲ ਜਾਵੇ। ਤੇ ਮਹਾਰਾਜ ਕਹਿੰਦੇ ਆ ਜੀਵ ਕਿਰਤ ਦੇ ਵਿੱਚ ਬੱਝਾ ਇੰਨਾ ਗ੍ਰਸਤ ਹੋ ਜਾਂਦਾ ਆ ਕਿ ਪਰਮਾਤਮਾ ਨੂੰ ਭੁੱਲ ਜਾਂਦਾ। ਪਰ ਯਾਦ ਰੱਖਿਓ, ਸਤਿਗੁਰ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ। ਮਹਾਰਾਜ ਗੁਰਬਾਣੀ ਸਮਝਾਉਂਦੇ, ਸਤਿਗੁਰ ਬਾਝੋਂ ਮੁਕਤ ਨਾ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੀ। ਕਹਿੰਦੇ ਕਿਰਤ ਦਾ ਬੱਝਾ ਹੋਇਆ ਗ੍ਰਸਤ ਜੀਵਨ ਤੇ ਭੋਗ ਰਿਹਾ, ਪਰ ਕਿਰਤ ਵਿੱਚ ਇੰਨਾ ਗ੍ਰਸ ਗਿਆ, ਭਾਵ ਕਿ ਰਚ ਗਿਆ, ਕਿਰਤ ਨੂੰ ਇੰਨਾ ਦ੍ਰਿੜ ਕਰ ਲਿਆ। ਮਹਾਰਾਜ ਕਹਿੰਦੇ ਆ ਕਿ ਪਰਮਾਤਮਾ ਨਿਰੰਕਾਰ ਨੂੰ ਭੁੱਲ ਗਿਆ ਵੀ ਉਹਦੀ ਬੰਦਗੀ ਸਿਮਰਨ ਵਾਸਤੇ ਵੀ ਮੈਂ ਟਾਈਮ ਸਮਾਂ ਕੱਢਣਾ ਸੀ। ਸਤਿਗੁਰੂ ਅੱਗੇ ਸਮਝਾਉਂਦੇ ਆ, ਹੁਣ ਮਹਾਰਾਜ ਕਹਿੰਦੇ ਆ ਵੀ ਬਹੁਤ ਜਲਦੀ ਕਈ ਜੀਵ ਕਹਿੰਦੇ ਆ ਜੀ ਅਸੀਂ ਸਿਮਰਨ ਤੇ ਸ਼ੁਰੂ ਕੀਤਾ ਪਰ ਫੁਰਨੇ ਨਹੀਂ ਰੁਕੇ, ਬਾਣੀ ਪੜ੍ਹਨੀ ਤੇ ਸ਼ੁਰੂ ਕੀਤੀ ਪਰ ਫੁਰਨੇ ਵਿਚਾਰ ਤੇ ਰੁਕੇ ਨਹੀਂ। ਤੇ ਸਤਿਗੁਰਾਂ ਅੱਜ ਦੇ ਪਾਵਨ ਬਚਨਾਂ ਵਿੱਚ ਪਤਾ ਕੀ ਸਮਝਾਇਆ? ਕਹਿੰਦੇ ਖੰਡਾ ਦੇਖਿਆ, ਖੰਡਾ ਉਹਦੀ ਧਾਰ ਕਿੰਨੀ ਤਿੱਖੀ ਹੁੰਦੀ ਆ। ਤੇ ਕਿਸੇ ਜੀਵ ਨੂੰ ਕਿਹਾ ਜਾਵੇ ਭਈ ਤੂੰ ਖੰਡੇ ਦੇ ਉੱਪਰ ਤੁਰਨਾ ਆ, ਭਾਵ ਪੈਰ ਤਾਂ ਆਪਾਂ ਨਹੀਂ ਰੱਖ ਸਕਦੇ, ਇੱਕ ਮਿਸਾਲ ਦਿੱਤੀ ਆ ਕਿ ਖੰਡੇ ਦੇ ਉੱਪਰ ਤੁਰਨਾ, ਧਾਰ ਬੜੀ ਤਿੱਖੀ, ਪਰ ਪੈਰ ਦਾ ਬੈਲੈਂਸ ਇਦਾਂ ਬਣਾਉਣਾ ਕਿ ਤੇਰਾ ਪੈਰ ਨਾ ਪਾਟ ਜਾਵੇ। ਇਹ ਮਾਰਗ ਇਦਾਂ ਦਾ ਵਾ ਸਤਿਗੁਰੂ ਦੇ ਨਿਰੰਕਾਰ ਦੇ ਮਿਲਾਪ ਦਾ, ਸਿਮਰਨ ਦਾ ਮਾਰਗ। ਜਿਵੇਂ ਸਤਿਗੁਰਾਂ ਇੱਕ ਮਿਸਾਲ ਹੋਰ ਦਿੱਤੀ, ਕਹਿੰਦੇ ਵੀ ਗਲੀ ਬਹੁਤ ਭੀੜੀ ਆ। ਭੀੜੀ ਭਾਵ ਕਿਵੇਂ? ਕਹਿੰਦੇ ਵੀ ਮਨ ਹਾਥੀ ਹੋ ਚੁੱਕਾ ਤੇ ਜਿਹੜੀ ਗਲੀ ਆ ਉਹ ਕੀੜੀ ਦੇ ਲੰਘਣ ਜੋਗੀ ਆ। ਤੇ ਫਿਰ ਮਨ ਨੂੰ ਕੀ ਕਰਨਾ ਪਊਗਾ? ਮਨ ਨੂੰ ਹਉਮੈ ਹੰਕਾਰ ਦੀ ਫਲਾਵਟ ਜਿਹੜੀ ਚੜੀ ਹੋਈ ਆ ਨਾ, ਇਹਨੂੰ ਈਰਖਾ, ਨਿੰਦਿਆ, ਚੁਗਲੀ, ਦੁਬਦਾ, ਵੈਰ ਵਿਰੋਧ ਦੀ ਜਿਹੜੀ ਫਲਾਵਟ ਚੜੀ ਆ, ਮਹਾਰਾਜ ਕਹਿੰਦੇ ਉਹ ਫਲਾਵਟ ਇਹਦੀ ਲਾ ਕੇ ਇਹਨੂੰ ਸੁੰਗੜ ਕੇ ਕੀੜੀ ਜਿੰਨਾ ਬਣਨਾ ਪਊਗਾ, ਤਾਂ ਉਸ ਮਾਰਗ ਤੇ ਚੱਲ ਸਕਦਾ। ਤਾਈਓ ਮਹਾਰਾਜ ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ। ਮਹਾਰਾਜ ਕਹਿੰਦੇ ਇਹ ਮਾਲਕ ਦੇ ਮਿਲਾਪ ਦਾ ਮਾਰਗ ਹੈ ਤੇ ਸੌਖਾ, ਪਰ ਔਖਾ ਉਹਦੇ ਵਾਸਤੇ ਜਿਹੜਾ ਜਾਂ ਤੇ ਡੋਲ ਜਾਂਦਾ ਵੀ ਹੁਣ ਮੇਰੇ ਕੋਲ ਸਿਮਰਨ ਨਹੀਂ ਹੁੰਦਾ, ਹੁਣ ਮੈਂ ਨਾਮ ਨਹੀਂ ਜਪ ਸਕਦਾ, ਹੁਣ ਨਹੀਂ, ਬਸ ਮੇਰੇ ਹੱਥ ਖੜੇ, ਕਿਉਂਕਿ ਸਾਡੇ ਵਿਚਾਰ ਹੀ ਨਹੀਂ ਰੁਕਦੇ। ਜਾਂ ਫਿਰ ਜੀਵ ਇਸ ਕਰਕੇ ਸਿਮਰਨ ਕਰਨਾ ਬੰਦ ਕਰ ਦਿੰਦੇ ਵੀ ਸਾਡਾ ਤੇ ਫਲਾਣਾ ਕੰਮ ਹੀ ਨਹੀਂ ਹੋਇਆ, ਅਸੀਂ ਤੇ ਸੋਚਿਆ ਜੀ ਸਿਮਰਨ ਕਰਦੇ ਆ, ਲੋਕਾਂ ਦੇ ਕੰਮ ਬੜੇ ਹੁੰਦੇ ਆ, ਸਾਡਾ ਵੀ ਫਲਾਣਾ ਕੰਮ ਸੌਰ ਜਾਊਗਾ, ਸਾਡਾ ਤੇ ਕੋਈ ਕੰਮ ਸੌਰਿਆ ਨਹੀਂ, ਇਸ ਕਰਕੇ ਅਸੀਂ ਛੱਡ ਜਾਂਦੇ ਆ। ਤੇ ਸਤਿਗੁਰ ਕਹਿੰਦੇ ਸਿਮਰਨ ਤਾਂ ਕਰਨਾ ਸੀ ਆਪਾਂ ਅਕਾਲ ਪੁਰਖ ਦੇ ਮਿਲਾਪ ਵਾਸਤੇ। ਮਹਾਰਾਜ ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ। ਤੇ ਸਤਿਗੁਰ ਪਤਾ ਕੀ ਸਮਝਾਉਂਦੇ? ਕਹਿੰਦੇ ਇਸੇ ਤਰੀਕੇ ਨਾਲ ਮਤ ਤੁਸੀਂ ਸੋਚਿਓ ਕਿ ਮੈਂ ਬੜਾ ਪੁੰਨ ਕੀਤਾ, ਬੜਾ ਦਾਨ ਕੀਤਾ, ਬੜੀ ਸੇਵਾ ਕੀਤੀ। ਸਤਿਗੁਰ ਕਹਿੰਦੇ ਇਦਾਂ ਲੇਖਾ ਲਿਆ ਜਾਊਗਾ ਬਰੀਕੀ ਦੇ ਨਾਲ, ਇੱਕ ਇੱਕ ਸਵਾਸ ਦਾ, ਇੱਕ ਇੱਕ ਅੰਦਰ ਚੱਲਦੇ ਹੋਏ ਵਿਚਾਰ ਫੁਰਨੇ ਦਾ। ਜਿਵੇਂ ਤਿਲ ਆਪਾਂ ਘਾਣੀ 'ਚ ਪੀੜਦੇ ਆ ਤੇ ਉਹ ਨੁੱਚੜ ਜਾਂਦਾ ਨਾ, ਇਸੇ ਤਰ੍ਹਾਂ ਇੱਕ ਇੱਕ ਸਵਾਸ ਨੂੰ ਨਿਚੋੜ ਕੇ ਲੇਖਾ ਲਿਆ ਜਾਏਗਾ। ਤੇ ਮਹਾਰਾਜ ਕੀ ਸਮਝਾਉਂਦੇ ਆ? ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਕਹਿੰਦੇ ਜਿਵੇਂ ਤਿਲ ਆ, ਆਪਾਂ ਉਹਨੂੰ ਕੋਲੂ ਦੇ ਵਿੱਚ ਪਾ ਦਈਏ ਤੇ ਪੀੜਿਆ ਜਾਂਦਾ ਆ, ਇਸੇ ਤਰ੍ਹਾਂ ਤੁਹਾਡੇ ਕੋਲੋਂ ਇੱਕ ਇੱਕ ਸਵਾਸ ਦਾ ਇੰਨੀ ਬਰੀਕੀ ਦੇ ਨਾਲ ਲੇਖਾ ਲਿਆ ਜਾਊਗਾ। ਹੁਣ ਆਪਾਂ ਦੇਖਣਾ ਦਿਨ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਿੰਨੇ ਸਵਾਸ ਭੋਗਦੇ ਹਾਂ, ਔਰ ਕਿੰਨੇ ਸਵਾਸਾਂ ਦੇ ਨਾਲ ਆਪਣੇ ਪਿਤਾ ਨੂੰ ਯਾਦ ਕਰਦੇ, ਨਿਰੰਕਾਰ ਨੂੰ। ਬਾਕੀ ਦੇ ਸਵਾਸ ਤੇ ਸਾਡੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਕਾਮ ਦੇ, ਕ੍ਰੋਧ, ਲੋਭ, ਹੰਕਾਰ ਦੇ, ਨਿੰਦਿਆ, ਚੁਗਲੀ, ਈਰਖਾ, ਵੈਰ ਵਿਰੋਧ, ਦੁਬਦਾ ਦੇ, ਉਹਦੇ ਅੰਦਰ ਹੀ ਖਰਚ ਹੋਈ ਜਾ ਰਿਹਾ। ਕਿਰਤ ਦੇ ਵਿਚਾਰ ਚੱਲ ਰਿਹਾ ਸਾਰਾ ਦਿਨ ਵੀ ਨਹੀਂ, ਨਾ ਸਵੇਰੇ ਨਾ ਰਾਤ ਨੂੰ ਮਾਲਕ ਦੀ ਬੰਦਗੀ ਵਾਸਤੇ, ਸਿਮਰਨ ਵਾਸਤੇ ਟਾਈਮ ਕੱਢਿਆ ਹੀ ਨਹੀਂ, ਤੇ ਨਾ ਹੀ ਜਾਣਿਆ ਵੀ ਸਿਮਰਨ ਕਿਉਂ ਕਰਨਾ। ਅਸਲ ਵਿੱਚ ਸਾਡਾ ਅਸਲੀ ਕੰਮ ਜਿਹੜਾ ਨਾ ਮਨ ਦਾ, ਸਾਡੇ ਆਪਣੇ ਘਰ ਦਾ ਕੰਮ ਆ, ਉਹ ਆ ਸਿਮਰਨ, ਬਾਣੀ ਪੜ੍ਹ ਕੇ ਖੋਜ ਕੇ ਸਿਮਰਨ ਕਰਨਾ। ਤੇ ਜਿਹੜੀ ਕਿਰਤ ਕਰਦੇ ਆ ਉਹ ਐਸ ਦੇਹੀ ਨੂੰ ਪਾਲਣ ਵਾਸਤੇ ਕਰਦੇ ਆ, ਸੰਸਾਰ ਦੀ ਕਿਰਤ ਜਿਹੜੀ ਆ। ਪਰ ਮਹਾਰਾਜ ਕਹਿੰਦੇ ਆ ਤੁਹਾਡੀ ਜਿਹੜੀ ਅਸਲੀ ਕਿਰਤ ਸੀ ਉਹ ਤਾਂ ਤੁਸੀਂ ਭੁੱਲ ਹੀ ਗਏ ਕਿ ਤੁਹਾਡੀ ਅਸਲੀ ਕਿਰਤ ਹੈ ਕਿਹੜੀ। ਉਹ ਦਿਹਾੜੀ ਤੁਸੀਂ ਲਾਉਂਦੇ ਨਹੀਂ। ਕਿਹੜੀ? ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਹਰੀ ਦਾ ਨਾਮ ਜਪ ਕੇ ਮਨ ਦੀ ਦਿਹਾੜੀ ਲਾਉਣੀ ਸੀ। ਤਨ ਦੀ ਦਿਹਾੜੀ ਤੁਸੀਂ ਸਾਰੇ ਆਪਾਂ ਲਾਈ ਜਾਂਦੇ ਆ, ਪਰ ਮਨ ਦੀ ਦਿਹਾੜੀ ਲਾਈ ਨਹੀਂ। ਤੇ ਜੇ ਮਨ ਦੀ ਦਿਹਾੜੀ ਨਹੀਂ ਲੱਗੀ, ਹੁਣ ਜਿਵੇਂ ਸਰੀਰ ਆ,
ਸਰੀਰ ਦੀ ਦਿਹਾੜੀ ਨਾ ਲਾਈਏ, ਕੰਮ ਤੇ ਨਾ ਲਾਈਏ, ਗਰੋਸਰੀ ਨਹੀਂ ਆਊਗੀ, ਬੇਸਮੈਂਟ ਘਰਾਂ ਦਾ ਰੈਂਟ ਨਹੀਂ ਹੋਣਾ ਪੂਰਾ, ਭੁੱਖੇ ਮਰ ਜਾਵਾਂਗੇ, ਜੇਬ ਖਾਲੀ ਹੋ ਜਾਣੀ ਆ। ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਆ, ਜੇ ਮਨ ਨੇ ਸਿਮਰਨ ਨਾਮ ਦੀ ਇੱਥੇ ਦਿਹਾੜੀ ਨਹੀਂ ਲਾਈ ਤੇ ਅੱਗੇ ਜਾ ਕੇ ਕੀ ਖਾਊਗਾ, ਕਿਉਂਕਿ ਨਾਮ ਤੋਂ ਬਗੈਰ ਤੇ ਇਹਦਾ ਦੂਜਾ ਭੋਜਨ ਹੀ ਕੋਈ ਨਹੀਂ। ਤਾਂ ਹੀ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਨਾ ਕਿ ਨਾਮ ਤੋਂ ਬਗੈਰ ਇਹ ਭੁੱਖਾ ਮਰੂਗਾ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ, ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਹੁਣ ਅੱਜ ਹੀ ਇੱਕ ਭੈਣ ਜੀ ਦਾ ਫੋਨ ਆਇਆ ਆਸਟ੍ਰੇਲੀਆ ਤੋਂ, ਤੇ ਕਹਿੰਦੇ ਜੀ ਭਰਾ ਕਰਕੇ ਜਾਂ ਭੈਣ ਮਾਤਾ ਜੀ ਕਰਕੇ ਬੜੇ ਦੁਖੀ ਨੇ ਉਹ। ਆਪਾਂ ਅੱਗੇ ਵੀ ਵਿਚਾਰ ਕਰਦੇ ਹੁੰਦੇ ਆ ਵੀ ਗੁਰਮੁਖ ਪਿਆਰਿਓ, ਅੱਜ ਦੇ ਪਾਵਨ ਬਚਨ ਇਸੇ ਤੇ ਆ, ਇਹਨੂੰ ਧਿਆਨ ਨਾਲ ਸੁਣੀਏ ਆਪਾਂ ਸਾਰੇ। ਸਾਡਾ ਪਿਆਰ ਮਾਇਆ ਨਾਲ ਮੋਹ ਪੈ ਚੁੱਕਾ। ਆਪਾਂ ਕੱਲ ਵੀ ਸਤਿਗੁਰਾਂ ਦੇ ਪਾਵਨ ਬਚਨ ਪੜ੍ਹੇ ਸੀ। ਸਾਡਾ ਮੋਹ ਕਿਹਦੇ ਨਾਲ ਪੈ ਗਿਆ? ਮਾਇਆ ਨਾਲ। ਮਾਇਆ ਪੈਸੇ ਨੂੰ ਨਹੀਂ ਕਹਿੰਦੇ ਇੱਥੇ, ਮਾਇਆ ਕਹਿੰਦੇ ਅੰਦਰ ਚੱਲਦੇ ਵਿਚਾਰਾਂ ਨੂੰ, ਤੇ ਬਾਹਰ ਜੋ ਸੰਸਾਰ 'ਚ ਸਰੀਰ ਦੇ ਇਹਨੂੰ ਮਾਇਆ ਕਹਿ ਦਿੱਤਾ। ਇਹ ਸਰੀਰ ਸਭ ਮੂਲ ਹੈ ਮਾਇਆ, ਇਹ ਮਾਇਆ ਦਾ ਮੁੱਢ ਆ। ਹੁਣ ਮਹਾਰਾਜ ਕਹਿੰਦੇ ਆਪਾਂ ਇਹਨਾਂ ਸਰੀਰਾਂ ਨਾਲ ਪਿਆਰ ਕਰਦੇ ਹਾਂ, ਪਰ ਯਾਦ ਰੱਖਿਓ ਇਹ ਮੋਹ ਪਿਆਰ ਝੂਠਾ ਜੀ। ਕਿਉਂ? ਕਿਉਂਕਿ ਅੱਜ ਦੇ ਪਾਵਨ ਬਚਨਾਂ ਵਿੱਚ ਸਮਝਾਇਆ, ਕਹਿੰਦੇ ਭਾਵੇਂ ਮਾਤਾ ਆ, ਭਾਵੇਂ ਪਿਤਾ ਆ, ਭਾਵੇਂ ਪੁੱਤਰ ਆ, ਭਾਵੇਂ ਦੋਸਤ ਆ, ਕਹਿੰਦੇ ਪਰਮਾਤਮਾ ਤੋਂ ਬਗੈਰ ਤੁਹਾਡਾ ਇੱਥੇ ਤੇ ਜਦੋਂ ਸਰੀਰ ਨੂੰ ਛੱਡ ਕੇ ਅਗਲੇ ਪਾਸੇ ਜਾਣਾ, ਉਹਦੇ ਬਗੈਰ ਤੁਹਾਡਾ ਕੋਈ ਵੀ ਬੇਲੀ ਨਹੀਂ ਸੰਸਾਰ ਵਿੱਚ। ਤੇ ਮਹਾਰਾਜ ਕੀ ਉਪਦੇਸ਼ ਦੇ ਰਹੇ ਆ? ਮਹਾਰਾਜ ਕਹਿੰਦੇ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨ ਕੀਨਾ ਹੈ। ਕਹਿੰਦੇ ਐ ਗੁਰਮੁਖ ਪਿਆਰਿਓ, ਇਹ ਮਾਤਾ ਪਿਤਾ ਭੈਣ ਭਰਾ ਸਕੇ ਸੰਬੰਧੀ ਸਰੀਰ, ਆਪਣਾ ਵੀ ਸਰੀਰ ਇਹ ਬਿਨਸਣ ਵਾਲਾ, ਇੱਕ ਦਿਨ ਇੱਥੇ ਛੱਡਣਾ। ਪਰਮਾਤਮਾ ਤੋਂ ਬਗੈਰ ਤੁਹਾਡਾ ਕੋਈ ਵੀ ਬੇਲੀ ਨਹੀਂ ਜੀ, ਇਹ ਗੱਲ ਯਾਦ ਰੱਖਿਓ। ਮਾਂ ਮਰ ਜਾਂਦੀ ਆ, ਅਸੀਂ ਮਰਤ ਨਹੀਂ ਜਾਂਦੇ, ਜਿਉਂਦੇ ਹੁੰਨੇ। ਜੇ ਸੱਚਾ ਰਿਸ਼ਤਾ ਤੇ ਨਾਲ ਮਰੀਏ ਵੀ ਮਾਂ ਤੂੰ ਸਾਨੂੰ ਪੈਦਾ ਕੀਤਾ, ਨਾਲ ਲੈ ਕੇ ਆਈ ਸੀ, ਹੁਣ ਨਾਲ ਲੈ ਕੇ ਚੱਲ, ਕਿਉਂ ਨਹੀਂ ਮਰਦੇ? ਕਿਉਂਕਿ ਇਹ ਸਰੀਰ ਆ। ਸਰੀਰਾਂ ਦੇ ਅੰਦਰ ਕੌਣ ਵੱਸਦਾ ਆ, ਉਹਦਾ ਗਿਆਨ ਨਹੀਂ ਲਿਆ। ਜਿਹਨੂੰ ਅਸੀਂ ਮਨ ਕਹਿੰਦੇ ਆ ਵੀ ਮਨ ਆ ਜੀ, ਮਨ ਆ ਜੀ, ਗੁਰਬਾਣੀ ਪੜ੍ਹੀ ਜਾਂਦੇ ਆ, ਮਨ ਦਾ ਗਿਆਨ ਲਿਆ ਹੀ ਨਹੀਂ ਕਿ ਸਰੀਰ ਦੇ ਵਿੱਚੋਂ ਕੌਣ ਨਿਕਲਦਾ ਤੇ ਕਿੱਥੇ ਜਾਂਦਾ। ਹੁਣ ਮਹਾਰਾਜ ਤੇ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਜਦੋਂ ਤਨ ਨੂੰ ਛੱਡ ਜਾਂਦਾ, ਮਨ ਕਿੱਥੇ ਸਮਾਉਂਦਾ, ਕਿੱਥੇ ਚਲਾ ਜਾਂਦਾ, ਉਹਦੀ ਖੋਜ ਕਰੋ। ਹੁਣ ਸਾਨੂੰ ਸਾਡੇ ਆਪਣੇ ਮਨ ਦਾ ਤੇ ਪਤਾ ਹੀ ਨਹੀਂ, ਤੇ ਦੂਜਿਆਂ ਦੇ ਸਰੀਰਾਂ ਵੱਲ ਵੇਖ ਕੇ ਦੁਖੀ ਹੋਈ ਜਾਂਦੇ ਆ। ਇਸੇ ਕਰਕੇ ਸਤਿਗੁਰ ਕਹਿੰਦੇ ਜਿੰਨਾ ਸੰਸਾਰ ਨਾਲ ਪਿਆਰ ਪਾਓਗੇ ਓਨਾ ਦੁਖੀ ਹੋਵੋਗੇ, ਜਿੰਨਾ ਨਿਰੰਕਾਰ ਨਾਲ ਪਿਆਰ ਪਾਓਗੇ ਓਨਾ ਸੁਖੀ ਹੋ ਜਾਓਗੇ। ਕਿਉਂਕਿ ਸੰਸਾਰ ਆ, ਇਹਦੇ ਵਿੱਚ ਮੋਹ ਦਾ ਦੁੱਖ, ਵਿਛੋੜੇ ਦਾ ਦੁੱਖ, ਤੇ ਜੇ ਕਿਸੇ ਦੀ ਕੋਈ ਲੱਗਦੀ ਆ ਕੋਈ ਵੱਧ ਘੱਟ ਚੀਜ਼, ਕਿਸੇ ਨਾਲ ਅਮੀਰ ਗਰੀਬ ਹੋ ਗਏ ਤਾਂ ਦੁੱਖ। ਦੁਨੀਆ ਵਿੱਚ ਹਰ ਇੱਕ ਜੀਵ ਤੁਹਾਨੂੰ ਦੁੱਖ ਦੇਗਾ, ਭਾਵੇਂ ਤੁਹਾਡੀ ਮਾਂ ਆ। ਮਾਂ ਕਿਹੜੇ ਰੂਪ 'ਚ ਦੁੱਖ ਦਿੰਦੀ ਆ? ਵਿਛੋੜੇ ਦੇ ਰੂਪ ਵਿੱਚ। ਭਾਵੇਂ ਪਿਤਾ ਆ, ਪਿਤਾ ਵਿਛੋੜੇ ਦੇ ਰੂਪ ਵਿੱਚ ਜਾਂ ਪੈਸੇ ਦੇ ਲੈਣ ਦੇਣ ਦੇ ਰੂਪ ਵਿੱਚ ਦੁੱਖ ਦਿੰਦਾ। ਸੰਸਾਰ ਆਪਣੇ ਮਤਲਬ ਵਾਸਤੇ ਦੁੱਖ ਦਿੰਦਾ। ਤਾਂ ਹੀ ਤਾਂ ਸਤਿਗੁਰਾਂ ਸਾਨੂੰ ਕਿਰਪਾ ਕਰਕੇ ਸਮਝਾ ਦਿੱਤਾ ਬਾਣੀ ਵਿੱਚ ਵੀ ਸਮਝਾਓ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਹਿੰਦੇ ਭਾਵੇਂ ਘਰ ਵਾਲਾ ਘਰ ਵਾਲੀ ਆ ਤੇ ਭਾਵੇਂ ਮਿੱਤਰ ਆ, ਆਪਣੇ ਸੁੱਖ ਦੀ ਖਾਤਰ ਕੋਈ ਨਾ ਕੋਈ ਸਰੀਰ ਦਾ ਸੁੱਖ ਇਹਨਾਂ ਨੂੰ ਮਿਲਦਾ ਆ, ਚਾਹੇ ਉਹ ਪੈਸੇ ਕਮਾਉਣ ਦਾ ਹੋਵੇ, ਚਾਹੇ ਉਹ ਕਿਸੇ ਤਰੀਕੇ ਦਾ ਹੋਵੇ, ਪਦਾਰਥ ਖਵਾਉਣ ਦਾ। ਮਹਾਰਾਜ ਕਹਿੰਦੇ ਆ ਇਹ ਝੂਠਾ ਜੀ। ਹੁਣ ਸਤਿਗੁਰਾਂ ਨੇ ਇੱਕ ਬੜੀ ਵਧੀਆ ਮਿਸਾਲ ਗੁਰਬਾਣੀ ਦੀ ਦੱਸੀ ਆ। ਜਿਹੜੇ ਮੋਹ ਕਰਦੇ ਨਾ ਆਪਣੇ ਮਾਤਾ ਪਿਤਾ ਜਾਂ ਕਿਸੇ ਚੀਜ਼ ਨਾਲ, ਸਤਿਕਾਰ ਕਰੋ ਮਾਤਾ ਦਾ, ਪਿਤਾ ਦਾ ਸਤਿਕਾਰ ਪੂਰਾ ਕਰੋ, ਆਪਣੇ ਪਰਿਵਾਰ ਦਾ, ਪਰ ਮੋਹ ਨਹੀਂ। ਸਤਿਕਾਰ ਅਲੱਗ ਚੀਜ਼ ਆ, ਮੋਹ ਅਲੱਗ ਚੀਜ਼ ਆ। ਮੋਹ ਪਰਮਾਤਮਾ ਨਾਲ ਪਾਉਣਾ। ਹੁਣ ਜਿਵੇਂ ਇੱਕ ਆਪਾਂ ਕਹਿੰਦੇ ਆ ਜੀ ਮੇਰਾ ਮਾਂ ਨਾਲ ਪਿਆਰ ਆ, ਮੇਰਾ ਪਿਤਾ ਨਾਲ, ਮੇਰੀ ਪਤਨੀ ਨਾਲ, ਮੇਰੇ ਬੱਚਿਆਂ ਨਾਲ। ਇੱਕ ਮਿਸਾਲ ਦੱਸੀ ਗੁਰਬਾਣੀ ਵਿੱਚ ਬਹੁਤ ਪਿਆਰੀ, ਇਹਨੂੰ ਆਪਾਂ ਧਿਆਨ ਨਾਲ ਸੁਣਨਾ ਸਾਰਿਆਂ ਨੇ, ਫਿਰ ਸਾਡੇ ਸਾਰਾ ਭਰਮ ਹੀ ਦੂਰ ਹੋ ਜਾਊਗਾ। ਇੱਕ ਇਨਸਾਨ ਆ, ਮਹਾਰਾਜ ਕਹਿੰਦੇ ਆ, ਸਤਿਗੁਰ ਕਹਿੰਦੇ ਉਹ ਝੂਠ ਨਿੰਦਿਆ ਚੁਗਲੀ ਛਲ ਫਰੇਬ ਕਈ ਤਰੀਕਿਆਂ ਨਾਲ ਧਨ ਕਮਾ ਕੇ ਲਿਆਉਂਦਾ ਆ। ਆਪਣੇ ਘਰ ਦੇ ਵਿੱਚ ਦੁਕਾਨਦਾਰੀ ਕਰਦਾ, ਬਿਜ਼ਨਸ ਕਰਦਾ, ਕਿਸੇ ਨਾ ਕਿਸੇ ਤਰੀਕੇ ਦਾ ਕੰਮ ਕਰਦਾ ਆ। ਸਤਿਗੁਰ ਕਹਿੰਦੇ ਉਹ ਧਨ ਕਮਾ ਕੇ ਲਿਆਉਂਦਾ ਤੇ ਕੀ ਕਰਦਾ?
ਆਪਣੀ ਪਤਨੀ, ਆਪਣੇ ਬੱਚੇ, ਆਪਣੇ ਮਾਂ ਪਿਓ, ਆਪਣੇ ਭੈਣ ਭਰਾ, ਪਰਿਵਾਰ ਦੇ ਉੱਪਰ ਖਰਚ ਕਰਦਾ। ਕੱਪੜੇ ਲਓ, ਖਾਓ ਪੀਓ, ਮਕਾਨ ਲਓ, ਗੱਡੀਆਂ ਲਓ, ਜੋ ਮਰਜ਼ੀ ਕਰੋ। ਪਰ ਸਤਿਗੁਰ ਉਹਨੂੰ ਪਤਾ ਕੀ ਕਹਿੰਦੇ ਆ? ਕਹਿੰਦੇ ਐ ਭਾਈ, ਇਹ ਜਿਹੜਾ ਪਰਾਇਆ ਬਗਾਨਾ ਧਨ ਲਿਆ ਕੇ ਤੂੰ ਆਪਣੇ ਪਰਿਵਾਰ ਤੇ ਲੁਟਾ ਕੇ ਖੁਸ਼ ਹੋ ਰਿਹਾ ਨਾ, ਇਹ ਗੱਲ ਯਾਦ ਰੱਖੀ, ਇਹਦਾ ਲੇਖਾ ਮੈਂ ਤੇਰੇ ਕੋਲ ਲੈਣਾ, ਇਹਨਾਂ ਕੋਲ ਨਹੀਂ ਲੈਣਾ। ਮਹਾਰਾਜ ਗੁਰਬਾਣੀ 'ਚ ਕੀ ਗਿਆਨ ਬਖਸ਼ਿਸ਼ ਕਰਦੇ ਆ? ਸਤਿਗੁਰੂ ਸਮਝਾਉਣਾ ਕਰਦੇ ਆ, ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ। ਬਗਾਨੇ ਪੈਸੇ ਲੈ ਕੇ ਆਉਂਦਾ ਕਿਰਤ ਕਮਾਈ ਕਰਕੇ। ਕਿਰਤ ਕਮਾਈ ਵੀ ਇੱਕ ਪੈਸਾ ਹੀ ਆ। ਝੂਠ ਛਲ ਫਰੇਬ। ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ। ਮਨ ਮੇਰੇ ਭੂਲੇ ਕਿਛ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਜੀਓ ਕਹਿੰਦੇ ਮਨ ਨੂੰ, ਮਤ ਨੂੰ, ਬੁੱਧ ਨੂੰ, ਅਕਲ ਨੂੰ, ਸੁਰਤ ਨੂੰ। ਉਹਨੂੰ ਮਨ ਅਨੇਕਾਂ ਨਾਮ ਦਿੱਤੇ ਗਏ ਆ। ਮਹਾਰਾਜ ਕਹਿੰਦੇ ਮੈਂ ਲੇਖਾ ਤੇਰੇ ਕੋਲ ਲੈਣਾ। ਮੈਨੂੰ ਨਹੀਂ ਪਤਾ ਇਹਨਾਂ ਨੂੰ ਜਿੱਦਾਂ ਮਰਜ਼ੀ ਤੂੰ ਖਵਾ ਰਿਹਾ, ਕੁਛ ਵੀ ਕਰ ਰਿਹਾ, ਲੇਖਾ ਇਹਨਾਂ ਵਿੱਚੋਂ ਤੇਰਾ ਕਿਸੇ ਨੇ ਦੇਣਾ ਨਹੀਂ। ਤੇਰੇ ਕੋਲ ਲੇਖਾ ਮੈਂ ਤੇਰਾ ਆਪਣਾ ਲੈਣਾ। ਇਸ ਕਰਕੇ ਪਰਿਵਾਰ ਦਾ ਸਤਿਕਾਰ ਕਰੋ, ਪਰ ਮੋਹ ਨਾ ਪਾਓ। ਮੋਹ ਪਰਮਾਤਮਾ ਦੇ ਨਾਲ ਪਾ ਕੇ ਰੱਖੋ ਹਮੇਸ਼ਾ। ਸੋ ਮਹਾਰਾਜ ਤਾਈਓ ਕਹਿੰਦੇ ਆ, ਮਾਤ ਪਿਤਾ ਕਲੱਤਰ ਸੁੱਤ ਬੇਲੀ ਨਾਹੀ। ਕਹਿੰਦੇ ਕੋਈ ਵੀ ਇਹਨਾਂ ਚੋਂ ਤੁਹਾਡਾ ਬੇਲੀ ਨਹੀਂ ਹੈਗਾ। ਬਿਨ ਹਰ ਰਸ ਮੁਕਤ ਨਾ ਕੀਨਾ ਹੈ। ਹੁਣ ਹਰ ਰਸ ਦੀ ਮਿਸਾਲ ਆਪਾਂ ਗੁਰਬਾਣੀ 'ਚ ਕੱਲ੍ਹ ਵੀ ਸਤਿਗੁਰਾਂ ਦੇ ਪਾਵਨ ਬਚਨ ਪੜ੍ਹੇ ਸੀ ਨਾ, ਕਿ ਜਦੋਂ ਅਭਿਆਸ ਕਰਦੇ ਮਹਾਰਾਜ ਕਹਿੰਦੇ ਇੱਕ ਹਰ ਰਸ ਦੀ ਪ੍ਰਾਪਤੀ ਹੁੰਦੀ ਆ, ਤੇ ਜਿਹਨੇ ਹਰ ਰਸ ਨਹੀਂ ਪਾਇਆ ਉਹ ਭਾਗਾਂ ਤੋਂ ਹੀਣਾ ਤੇ ਜਮਾਂ ਦੇ ਵਾਸਿਆ। ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਉਹ ਹਰੀ ਦਾ ਰਸ ਜਦੋਂ ਆਪਾਂ ਜਪਦੇ, ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਗੁਰਬਾਣੀ ਵਿੱਚ ਤਾਈਓ ਤੇ ਬਾਰ-ਬਾਰ ਆਪਾਂ ਨੂੰ ਸਮਝਾਉਂਦੇ। ਮਹਾਰਾਜ ਕਹਿੰਦੇ ਜਿੰਨੇ ਵੀ ਮਿੱਤਰ ਤੇ ਤੇਰੇ ਸਖੇ ਸੰਬੰਧੀ ਹੈ ਨਾ ਇਸ ਸੰਸਾਰ ਵਿੱਚ, ਇਸ ਜੱਗ ਵਿੱਚ, ਕੀ ਸਮਝਾਉਂਦੇ ਆ? ਕਹਿੰਦੇ ਮੀਤ ਸਖੇ ਕੇਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਦੇਖੋ ਸਤਿਗੁਰੂ ਸਾਨੂੰ ਸਮਝਾ ਰਹੇ ਆ, ਪਰ ਮਾਫ ਕਰਨਾ, ਦਾਸ ਆਪਣੀ ਗੱਲ ਕਰਦਾ। ਮੈਂ ਕਿੰਨਾ ਬੇਅਕਲ ਹੋ ਚੁੱਕਾ ਹਾਂ, ਕਿੰਨਾ ਬੇਵਕੂਫ ਹੋ ਚੁੱਕਾ ਕਿ ਮੇਰੇ ਪਿਤਾ ਮੈਨੂੰ ਸਮਝਾ ਰਿਹਾ ਵੀ ਇਹਨਾਂ 'ਚੋਂ ਕੋਈ ਬੇਲੀ ਨਹੀਂ ਆ। ਕਿਉਂ ਇਸ ਸੰਸਾਰ ਨਾਲ, ਜੱਗ ਨਾਲ ਤੂੰ ਮੋਹ ਪਾ ਕੇ ਬੈਠਾ? ਇੱਥੇ ਰਹਿ, ਕਿਰਤ ਕਰ, ਇੱਥੇ ਸਾਰਿਆਂ ਦਾ ਸਤਿਕਾਰ ਕਰ, ਸਾਰਿਆਂ ਨੂੰ ਪਰਮਾਤਮਾ ਦਾ ਰੂਪ ਸਮਝ। ਪਰ ਫਿਰ ਗੱਲ ਉਹ ਆ ਗਈ ਕਿ ਮੋਹ ਜਿਹੜਾ ਮੰਨਦਾ ਉਹ ਨਿਰੰਕਾਰ ਨਾ ਪਾ। ਮਾਰੇ ਕਹਿੰਦੇ ਆ ਮੀਤ ਸਖੇ, ਕਹਿੰਦੇ ਮਿੱਤਰ ਜਾਂ ਤੇਰੇ ਸਖੇ ਸੰਬੰਧੀ। ਮੀਤ ਸਖੇ ਕੇਤੇ ਜਗ ਮਾਹੀ, ਕਿੰਨੇ ਆ ਤੇਰੇ ਦੁਨੀਆ ਦੇ ਵਿੱਚ, ਇਸ ਜੱਗ ਵਿੱਚ। ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਕਹਿੰਦੇ ਉਹ ਗੁਰੂ ਤੋਂ ਬਗੈਰ, ਪਰਮੇਸ਼ਰ ਤੋਂ ਬਗੈਰ ਤੇਰਾ ਸੱਚਾ ਕੋਈ ਵੀ ਨਹੀਂ ਆ। ਇਹ ਸਭ ਝੂਠੇ ਨੇ। ਤੇ ਮਹਾਰਾਜ ਕੀ ਸਮਝਾਉਂਦੇ ਅੱਗੇ ਗੁਰਬਾਣੀ ਵਿੱਚ? ਕਹਿੰਦੇ ਗੁਰ ਕੀ ਸੇਵਾ ਮੁਕਤ ਪਰਾਇਣ, ਅਣਦਿਨ ਕੀਰਤਨ ਕੀਨਾ ਹੈ। ਹੁਣ ਜਦੋਂ ਗੁਰਬਾਣੀ ਵਿੱਚ ਕੀਰਤਨ ਦੀ ਗੱਲ ਆਉਂਦੀ ਆ ਨਾ, ਉੱਥੇ ਕੀਰਤਨ ਜਿਹੜਾ ਕੀਰਤਨੀਏ ਸਿੰਘ ਕਰਦੇ ਉਹਦੀ ਗੱਲ ਨਹੀਂ ਕੀਤੀ ਗਈ। ਇੱਥੇ ਕੀਰਤਨ ਦਾ ਮਤਲਬ ਹੁੰਦਾ ਕੀਰਤੀ ਕਰਨੀ। ਕੀਰਤੀ ਦਾ ਮਤਲਬ ਹੁੰਦਾ ਸਿਮਰਨ ਕਰਨਾ। ਇੱਥੇ ਕੀਰਤਨ ਆਖਿਆ ਗਿਆ, ਕੀਰਤੀ ਕਰਨੀ। ਤੇ ਮਹਾਰਾਜ ਕਹਿੰਦੇ ਆ ਗੁਰ ਕੀ ਸੇਵਾ ਮੁਕਤ ਪਰਾਇਣ। ਕਹਿੰਦੇ ਗੁਰੂ ਦੀ ਸੇਵਾ ਕਰ, ਪਰ ਗੁਰੂ ਦੀ ਸੇਵਾ ਕੀ ਆ? ਕਹਿੰਦੇ ਅਨ ਦਿਨ ਕੀਰਤਨ ਕੀਨਾ ਹੈ। ਅਨ ਦਿਨ ਕੀਰਤੀ ਕਰ, ਹਰ ਰੋਜ਼ ਸਿਮਰਨ ਕਰ, ਨਾਮ ਜਪ ਉਸ ਅਕਾਲ ਪੁਰਖ ਪਰਮੇਸ਼ਰ ਦਾ। ਤੇ ਮਹਾਰਾਜ ਕਹਿੰਦੇ ਜੋ ਦੁਨੀਆ ਦੇ ਵਿੱਚ ਤੂੰ ਇਹਨਾਂ ਨੇਤਰਾਂ ਨਾਲ, ਜਿਹੜੀ ਚੀਜ਼ ਨਾਲ ਤੂੰ ਮੋਹ ਪਾਇਆ, ਉਹ ਕੀ ਆ? ਸਤਿਗੁਰਾਂ ਨੇ ਸਾਫ਼-ਸਾਫ਼ ਲਫ਼ਜ਼ਾਂ 'ਚ ਕਹਿ ਦਿੱਤਾ, ਇਹ ਕੂੜ ਆ। ਤੇ ਕਿਹਦੇ ਨਾਲ ਮੋਹ ਪਾ? ਕਹਿੰਦੇ ਸੱਚ ਨਾਲ ਮੋਹ ਪਾ। ਸੱਚ ਦਾ ਹੁਣ ਕਈ ਸਮਝ ਲੈਂਦੇ ਵੀ ਅੱਛਾ ਮੈਂ ਹੁਣ ਕਦੀ ਝੂਠ ਨਹੀਂ ਬੋਲਣਾ, ਮੈਂ ਸੱਚ ਬੋਲਿਆ ਕਰਨਾ। ਇੱਥੇ ਝੂਠ ਤੇ ਸੱਚ ਵਾਲੀ ਉਹ ਗੱਲ ਨਹੀਂ। ਸੱਚ ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ। ਮਾਰੇ ਕਹਿੰਦੇ ਤੂੰ ਕੂੜ ਨਾਲ ਪਿਆਰ ਪਾ ਲਿਆ। ਕੂੜ ਸਮਝਦੇ ਨਾ, ਕੂੜਾ ਹੁੰਦਾ, ਤੇ ਕੂੜੇ ਦੀ ਕੋਈ ਗਾਰਬੇਜ ਦੀ ਵੈਲਿਊ ਨਹੀਂ ਹੁੰਦੀ, ਆਪਾਂ ਚੁੱਕ ਕੇ ਬਾਹਰ ਸੁੱਟ ਆਉਂਦੇ, ਸਾਡੇ ਕਿਸੇ ਕੰਮ ਨਹੀਂ ਆਉਂਦਾ। ਮਾਰੇ ਕਹਿੰਦੇ ਇਹ ਦੁਨੀਆ ਸੰਸਾਰ ਤੇਰੇ ਕਿਸੇ ਵੀ ਕੰਮ ਆਉਣ ਵਾਲੀ ਨਹੀਂ। ਜਿੰਨਾ ਚਿਰ ਤੂੰ ਸਰੀਰਕ ਰੂਪ ਵਿੱਚ ਹੈ, ਇੱਥੋਂ ਆਪਣਾ ਕੰਮ ਕਰ, ਪਰ ਇਸ ਜੱਗ ਵਿੱਚ ਰਹਿੰਦਿਆਂ ਤੂੰ ਅਕਾਲ ਪੁਰਖ ਦੀ ਬੰਦਗੀ ਕਰ। ਮਹਾਰਾਜ ਕਹਿੰਦੇ ਕੂੜ ਛੋੜ ਸਾਚੇ ਕੋ ਧਾਵੋ। ਕਹਿੰਦੇ ਇਹ ਕੂੜ ਨਾਲ ਮੋਹ ਛੱਡ ਦੋ। ਸੱਚ ਕਿਹੜਾ ਸੱਚ? ਜਿਹੜਾ ਆਦ ਸੱਚ, ਜੁਗਾਂ ਜੁਗਾਂ ਤੋਂ ਅਕਾਲ ਪੁਰਖ ਮੌਜੂਦ ਹੈ। ਜੁਗਾਦ ਸੱਚ ਹੈ ਭੀ ਸੱਚ, ਨਾਨਕ ਜਦੋਂ ਤੂੰ ਸਰੀਰ ਛੱਡਣਾ, ਨਾਨਕ ਹੋਸੀ ਭੀ ਸੱਚ। ਉਹ ਫਿਰ ਵੀ ਇੱਥੇ ਮੌਜੂਦ ਰਹੂ, ਉਹਨੂੰ ਕੋਈ ਫਰਕ ਨਹੀਂ ਤੂੰ ਜੰਮਿਆ ਜਾਂ ਮਰਿਆ। ਤੈਨੂੰ ਫਰਕ ਪੈਣਾ ਚਾਹੀਦਾ ਕਿ ਮੈਂ ਉਹਦਾ ਮਿਲਾਪ ਕੀਤਾ ਕਿ ਨਹੀਂ ਕੀਤਾ। ਮਾਰੇ ਕਹਿੰਦੇ ਕੂੜ ਨੂੰ ਛੱਡ ਦੋ।
ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੂੜਿਆ ਇਹਦਾ ਸਾਥ ਛੱਡ ਦਿਓ। ਕੂੜ ਛੋੜ ਸਾਚੇ ਕੋ ਧਾਵੋ। ਤੇ ਫਿਰ ਕੀ ਹੋਊਗਾ? ਮਹਾਰਾਜ ਕਹਿੰਦੇ ਜਿੱਦਾਂ ਦੇ ਫਲ ਦੀ ਤੁਸੀਂ ਇੱਛਾ ਚਾਹੋਗੇ ਨਾ, ਉਹੋ ਜਿਹਾ ਫਲ ਤੁਹਾਨੂੰ ਮਿਲੇਗਾ। ਜੋ ਇੱਛੋ ਸੋਈ ਫਲ ਪਾਵੋ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਸਿਮਰਨ ਔਰ ਗੁਰਬਾਣੀ ਦੇ ਬਦਲੇ ਫਲ ਮੰਗ ਲੈਨੇ, ਦੁਨਿਆਵੀ ਸੰਸਾਰ ਦਾ ਫਲ ਮੰਗ ਲੈਨੇ ਆ ਵੀ ਗੁਰਬਾਣੀ ਪੜਾਂਗੇ, ਘਰ ਵਿੱਚ ਲਹਿਰਾਂ ਬਹਿਰਾਂ ਹੋਣਗੀਆਂ, ਪੈਸੇ ਦੀ ਕਮੀ ਨਹੀਂ ਹੋਊਗੀ, ਬੜਾ ਕੁਝ ਪ੍ਰਮਾਤਮਾ ਦਊਗਾ। ਮਹਾਰਾਜ ਕਹਿੰਦੇ ਤੁਸੀਂ ਨਿਰੰਕਾਰ ਨੂੰ ਮਨ ਵਿੱਚ ਵਸਾਓ। ਇਹ ਚੀਜ਼ਾਂ ਤੇ ਕਾਲ ਦੇ ਸਪੁਰਦ ਨੇ, ਕਾਲ ਨੇ ਤੇ ਅੱਗੇ ਪਿੱਛੇ ਲੈ ਕੇ ਤੁਹਾਡੇ ਭੱਜੀ ਫਿਰਨਾ ਵੀ ਕਿਸ ਚੀਜ਼ ਦੀ ਜ਼ਰੂਰਤ ਹੈ। ਬਸ ਤੁਸੀਂ ਆਪਣੇ ਅੰਦਰ ਅਕਾਲ ਪੁਰਖ ਨੂੰ ਵਸਾ ਲਓ, ਆਪਣੇ ਅੰਦਰ ਸ਼ਬਦ ਸੱਚ ਪਰਮਾਤਮਾ ਨੂੰ ਵਸਾਓ। ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਸਾਚ ਵਖਰ ਕੇ ਵਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੀ। ਸਾਨੂੰ ਵਪਾਰੀ ਆਖਿਆ ਗਿਆ ਮਹਾਰਾਜ ਨੇ। ਕਹਿੰਦੇ ਸੱਚ ਦਾ ਵਪਾਰ ਕਰਨ ਵਾਲੇ ਵਿਰਲੇ ਨੇ ਦੁਨੀਆ ਵਿੱਚ। ਸੱਚ ਦੀ ਗੱਲ ਤੇ ਪੜ੍ਹੀ ਜਾ ਰਿਹਾ, ਕਿਵੇਂ? ਗੁਰਬਾਣੀ ਪਾਠ ਪੜ੍ਹੀ ਜਾ ਰਹੀ ਵੀ ਮੈਂ ਇੰਨੇ ਪਾਠ ਅੱਜ ਕਰਨੇ, ਇੰਨੇ ਪਾਠ ਕੱਲ੍ਹ ਕਰਨੇ, ਗਿਣਤੀਆਂ ਕਰੀ ਜਾ ਰਹੇ ਆ। ਪਰ ਵਪਾਰੀ ਬਣ ਕੇ ਆਇਆ ਸੀ ਵੀ ਗੁਰਬਾਣੀ 'ਚੋਂ ਖੋਜ ਕਰਨੀ ਵੀ ਸੱਚ ਦਾ ਵਪਾਰੀ ਕਿਵੇਂ ਬਣਨਾ। ਤੇ ਸੱਚ ਦਾ ਵਪਾਰੀ ਕੌਣ ਆ? ਮਹਾਰਾਜ ਕਹਿੰਦੇ ਤੁਸੀਂ ਦੁਨੀਆ 'ਚ ਆ ਸਵਾਸਾਂ ਦਾ ਧਨ ਲੈ ਕੇ ਆਏ ਹੋ ਵਪਾਰ ਕਰਨ ਵਾਸਤੇ। ਤੇ ਸਤਿਗੁਰੂ ਕੀ ਗੁਰਬਾਣੀ 'ਚ ਗਿਆਨ ਬਖਸ਼ਿਸ਼ ਕਰਦੇ? ਕਹਿੰਦੇ ਵਣਜ ਕਰੋ ਵਣਜਾਰਿਓ। ਕਹਿੰਦੇ ਐ ਵਪਾਰੀਓ ਵਣਜ ਕਰ ਲਓ, ਅਜੇ ਵੀ ਸਮਾਂ ਜੀ। ਵੱਖਰ ਲਿਹੋ ਸੰਭਾਲ, ਕਹਿੰਦੇ ਸਮੇਂ ਨੂੰ ਸੰਭਾਲ ਲਓ। ਸਵਾਸਾਂ ਦਾ ਕੀ ਭਰੋਸਾ, ਕਿਹੜੇ ਵੇਲੇ ਸਾਡਾ ਦੇਹ ਬਿਨਸ ਜਾਵੇ। ਆਖਰੀ ਸਵਾਸ ਕੀ ਪਤਾ ਕਦੋਂ ਹੋਵੇ। ਕਾਲੇ ਵਾਲਾਂ ਵੱਲ ਵੇਖ ਕੇ ਕਦੇ ਨਾ ਆਸ ਲਾਇਆ ਕਰੋ ਕਿ ਅਜੇ ਤੇ ਮੈਂ ਬੁੱਢਾ ਹੋਣਾ ਫਿਰ ਜਾ ਕੇ ਮਰਨਾ। ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ। ਤੇ ਕਿਹੜੀ ਚੀਜ਼ ਸੰਭਾਲੋ, ਕਿਹੜੀ ਚੀਜ਼ ਵਪਾਰ ਕਰੋ? ਕਹਿੰਦੇ ਤੈਸੀ ਵਸਤ ਵਸਾਹੀ ਹੈ ਜੈਸੀ ਨਿਭੇ ਨਾਲ। ਕਹਿੰਦੇ ਵਪਾਰ ਉਸ ਚੀਜ਼ ਦਾ ਕਰੋ ਜਿਹੜੀ ਚੀਜ਼ ਤੁਹਾਡੇ ਨਾਲ ਜਾਣੀ ਆ। ਹੁਣ ਇੱਥੋਂ ਦੀ ਕਰੰਸੀ ਤੇ ਨਾਲ ਜਾਣੀ ਨਹੀਂ, ਭਾਵੇਂ ਕਿਸੇ ਵੀ ਮੁਲਕ ਦੀ ਕਰੰਸੀ ਹੋਵੇ, ਉੱਥੇ ਇੱਕੋ ਕਰੰਸੀ ਚੱਲਦੀ, ਉਹ ਨਾਮ ਦੀ ਕਰੰਸੀ, ਜਿਹੜੀ ਇੱਥੇ ਵੀ ਚੱਲ ਰਹੀ ਆ ਤੇ ਅੱਗੇ ਜਾ ਕੇ ਵੀ ਉਹ ਚਾਰੇ ਹੀ ਖਾਣੀਆਂ 'ਚ ਚੱਲਦੀ ਆ, 10 ਦਿਸ਼ਾਂ ਵਿੱਚ ਚੱਲਦੀ ਆ, ਖੰਡਾਂ ਬ੍ਰਹਿਮੰਡਾਂ ਵਿੱਚ ਉਹ ਕਰੰਸੀ ਚੱਲਦੀ ਆ। ਉਹਨੂੰ ਨਾਮ ਕਹਿ ਦਿੱਤਾ। ਮਹਾਰਾਜ ਤਾਈਓ ਕਹਿੰਦੇ ਆ, ਕਹਿੰਦੇ ਸੱਚ ਦੇ ਵਪਾਰੀ ਕੋਈ ਕੋਈ ਆ, ਭਾਵ ਕਿ ਪਰਮਾਤਮਾ ਨੂੰ ਮਲਾਪ ਦੀ ਅੰਦਰ ਤੜਫ ਵਿਰਾਗ ਰੱਖਣ ਵਾਲੇ, ਉਹਦਾ ਸਿਮਰਨ ਕਰਨ ਵਾਲੇ ਵਪਾਰੀ ਬਹੁਤ ਘੱਟ ਆ। ਕਹਿੰਦੇ ਸਾਚ ਵਖਰ ਕੇ ਵਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੀ। ਕਹਿੰਦੇ ਲਾਹਾ ਲੈ ਲਓ, ਅਜੇ ਵੀ ਸਮਾਂ ਜੀ। ਜਦੋਂ ਸਰੀਰ ਚਲਾ ਗਿਆ ਨਾ, ਸਰੀਰ ਤੁਹਾਡੇ ਕੋਲੋਂ ਵਾਪਸ ਲੈ ਲਿਆ, ਇਹ ਸਰੀਰ ਨੂੰ ਤੇ ਚੁੱਕ ਕੇ ਇਹਨਾਂ ਹੀ ਘਰ ਵਾਲਿਆਂ ਨੇ ਮਾਰੇ, ਕਹਿੰਦੇ ਮੁੜ ਕੇ ਅਗਨ ਭੇਟ ਕਰ ਆਉਣਾ, ਅੱਗ 'ਚ ਸਾੜ ਆਉਣਾ ਵੀ ਇਹ ਸਾਡੇ ਕਿਸੇ ਕੰਮ ਦਾ ਨਹੀਂ ਰਹਿ ਗਿਆ। ਇਹਨੂੰ ਕਹਿੰਦੇ ਆ ਪਿਆਰ। ਮਾਂ ਮਰਦੀ ਆ, ਹਾਏ ਮੇਰੀ ਮਾਂ, ਕਿਉਂ ਅੱਗ ਲਾਉਂਦੇ ਫਿਰ ਉਹਨੂੰ ਆਪਾਂ? ਪਿਓ ਮਰਦਾ, ਕਿਉਂ ਅੱਗ ਲਾਉਂਦੇ? ਪਤੀ ਪਤਨੀ ਬੱਚੇ ਪੂਰੇ ਹੋ ਜਾਂਦੇ, ਮਰ ਜਾਂਦੇ, ਕਿਉਂ ਅੱਗ ਲਾਉਂਦੇ ਆ? ਜੇ ਸਾਡੇ ਆ, ਜੇ ਸਾਡੇ ਆਪਣੇ, ਜੇ ਇੰਨਾ ਪਿਆਰ ਆ, ਕਿਉਂਕਿ ਪਤਾ ਵੀ ਇਹ ਸਰੀਰ ਬੇਕਾਰ ਹੋ ਚੁੱਕਾ, ਸਾਡੇ ਕਿਸੇ ਕੰਮ ਨਹੀਂ। ਤੇ ਜਿਹੜਾ ਸਰੀਰ 'ਚ ਵੱਸਦਾ ਸੀ ਉਹ ਤਾਂ ਨਿਕਲ ਕੇ ਚਲਾ ਗਿਆ। ਉਹਦਾ ਗਿਆਨ ਗੁਰਬਾਣੀ ਗੁਰੂ ਸਾਹਿਬ ਸੱਚੀ ਸੰਗਤ ਵਿੱਚ ਆ ਕੇ ਸਾਨੂੰ ਮਿਲਦਾ ਆ, ਪਰ ਉਹਦਾ ਗਿਆਨ ਤੇ ਅਸੀਂ ਲਿਆ ਹੀ ਨਹੀਂ। ਤਾਂ ਹੀ ਤਾਂ ਇਸ ਮਿੱਟੀ ਦੇ ਨਾਲ ਮੋਹ ਪਾ ਲਿਆ ਆਪਾਂ। ਹੁਣ ਸਤਿਗੁਰਾਂ ਇੱਕ ਉਦਾਹਰਨ ਦਿੱਤੀ ਆ, ਕਹਿੰਦੇ ਰਾਤ ਨੂੰ ਰੋਜ਼ ਸਰੀਰ ਛੱਡ ਦਿਓ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਸਾਰਾ ਸੰਸਾਰ ਦਿਨ ਰਾਤ ਦਾ ਖੇਲ ਖੇਲਦਾ, ਰਾਤ ਨੂੰ ਸਰੀਰ ਛੱਡ ਦਿਓ। ਤੁਸੀਂ ਮਾਤਾ ਪਿਤਾ ਭੈਣ ਭਰਾ ਬੱਚੇ ਪਤੀ ਪਤਨੀ ਆਪਣੀ ਧਨ ਦੌਲਤ ਦੀ ਤਾਂ ਗੱਲ ਛੱਡੋ, ਤੁਹਾਡਾ ਤੇ ਸਰੀਰ ਵੀ ਨਾਲ ਨਹੀਂ ਜਾਂਦਾ, ਆਪਣਾ ਸਰੀਰ ਵੀ ਨਾਲ ਨਹੀਂ ਜਾਂਦਾ। ਤੁਸੀਂ ਕਿਸੇ ਦੇ ਸਰੀਰ ਨਾਲ ਕਿਵੇਂ ਮੋਹ ਲਾ ਲਿਆ? ਸਤਿਗੁਰੂ ਗੁਰਬਾਣੀ ਤਾਈਓ ਕਹਿੰਦੇ, ਗੁਰਬਾਣੀ ਵਿੱਚ ਕਹਿੰਦੇ ਸਾਚ ਵਖਰ ਕੇ ਵਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੀ। ਤੇ ਕਿਹੜਾ ਸਤਿਗੁਰੂ ਨੂੰ ਆਪਾਂ ਪੁੱਛੀਏ ਕਿ ਅਸੀਂ ਜੇ ਜਾਣਾ ਦੁਨੀਆ 'ਚੋਂ ਫਿਰ ਕਿਹੜਾ ਵਪਾਰ ਕਰੀਏ, ਤੁਸੀਂ ਕਿਰਪਾ ਕਰੋ। ਤੇ ਮਹਾਰਾਜ ਕਹਿੰਦੇ ਹਰ ਹਰ ਨਾਮ ਵਖਰ ਲੈ ਚੱਲੋ। ਕਹਿੰਦੇ ਹਰੀ ਦੇ ਨਾਮ ਦਾ ਲਾਹਾ ਖੱਟ ਕੇ ਜਾਓ ਦੁਨੀਆ ਤੋਂ। ਹਰ ਹਰ ਨਾਮ ਵਖਰ ਲੈ ਚੱਲੋ, ਦਰਸ਼ਨ ਪਾਵੋ ਸਹਿਜ ਮਹੱਲੋ। ਦੇਖੋ ਇੰਨੀ ਕਿਰਪਾ ਕੀਤੀ। ਸਹਿਜ ਮਹੱਲੋ ਕੀ ਆ? ਉਹ ਮਹਿਲ, ਉਹ ਸਹਿਜ ਮਹਿਲ, ਉਹ ਜਿਹੜਾ ਆਪਾਂ ਪੜ੍ਹਦੇ ਨਾ ਨਿਜ ਘਰ ਮਹਿਲ, ਥਿਰ ਘਰ ਮਹਿਲ, ਜੋ ਸਾਡੇ ਮਨ ਵਾਸਤੇ ਅਕਾਲ ਪੁਰਖ ਨੇ ਆਪਣੀ ਦਰਗਾਹ ਵਿੱਚ ਬਣਾਇਆ ਹੋਇਆ, ਜਿਹਨੂੰ ਆਪਾਂ ਪੜ੍ਹਦੇ ਹਾਂ ਨਿਜ ਘਰ ਪਾਵੋ। ਆਪਾਂ ਨਿਜ ਘਰ ਦੇ ਵਿੱਚ ਕਿਵੇਂ ਜਾਣਾ, ਉਹ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਨਾ
ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੁਰ ਫੇਰਾ। ਇੱਥੇ ਵੀ ਮਹਾਰਾਜ ਕਹਿੰਦੇ ਨਾਮ ਦਾ ਜਦੋਂ ਤੁਸੀਂ ਵਪਾਰ ਕਰਨਾ ਸ਼ੁਰੂ ਕਰ ਦੋਗੇ ਨਾ, ਗੁਰਮੁਖਾਂ ਦੀ ਸੰਗਤ ਕਰਕੇ, ਸੱਚੀ ਸੰਗਤ ਵਿੱਚ ਆ ਕੇ, ਗੁਰੂ ਦੇ ਸੰਗ ਹੋ ਕੇ, ਤੇ ਫਿਰ ਕੀ ਹੋਊਗਾ? ਮਹਾਰਾਜ ਕਹਿੰਦੇ ਹਰ ਹਰ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ। ਤੁਹਾਨੂੰ ਉਸ ਘਰ ਦੇ ਦਰਸ਼ਨ ਹੋ ਜਾਣਗੇ ਤੇ ਮੌਤ ਦਾ ਡਰ ਤੁਹਾਡੇ ਅੰਦਰੋਂ ਖਤਮ ਹੋ ਜਾਏਗਾ, ਕਿਉਂਕਿ ਮੌਤ ਦਾ ਡਰ ਹੈ ਨਾ ਵੀ ਕਿਤੇ ਮਰ ਨਾ ਜਾਈਏ। ਕਿਉਂ? ਕਿਉਂਕਿ ਅਗਲਾ ਪਾਸਾ ਦੇਖਿਆ ਹੀ ਨਹੀਂ। ਅਸੀਂ ਮਰਨ ਤੋਂ ਕਿੱਥੇ ਜਾਣਾ, ਬਾਅਦ ਵਿੱਚ ਕਿੱਥੇ ਚਲੇ ਜਾਵਾਂਗੇ। ਤੇ ਮਹਾਰਾਜ ਕਹਿੰਦੇ ਦਰਸ਼ਨ ਹੋਣਗੇ ਐਸੇ ਮਹੱਲ ਦੇ, ਦਰਸ਼ਨ ਪਾਵੋ ਸਹਿਜ ਮਹੱਲੋ। ਤੇ ਕੀ ਕਹਿੰਦੇ ਆ? ਕਹਿੰਦੇ ਜਿਹੜਾ ਗੁਰਮੁਖ ਆ ਨਾ, ਉਹ ਕੀ ਕਰਦਾ ਆ? ਉਹ ਖੋਜ ਕਰਦਾ ਆ। ਹੁਣ ਗੁਰਬਾਣੀ ਅਸੀਂ ਤੇ ਰਟਨ ਲਾ ਲਿਆ ਗੁਰਬਾਣੀ, ਵੀ ਮੈਨੂੰ ਜ਼ਬਾਨੀ ਚੇਤੇ ਹੋ ਗਈ। ਮੈਂ ਤਾਂ ਜੀ ਇੰਨੇ ਪਾਠ ਸੁਖਮਨੀ ਸਾਹਿਬ ਦੇ ਰੋਜ਼ ਪੜ੍ਹਦਾ, ਗਿਣਤੀਆਂ ਕਰੀ ਜਾਂਦੇ, ਕਿਆ ਪੜ੍ਹੀਏ ਕਿਆ ਗੁਣੀਏ। ਮਹਾਰਾਜ ਕਹਿੰਦੇ ਕੀ ਗਿਣਤੀਆਂ ਕਰਦੇ ਹੋ? ਤੇ ਅੱਜ ਵੀ ਇਹੋ ਸਮਝਾਇਆ, ਕਹਿੰਦੇ ਗੁਰਮੁਖ ਖੋਜ ਲਹੇ ਜਨ ਪੂਰੇ। ਪੂਰਾ ਜਿਹੜਾ ਗੁਰਮੁਖ ਹੁੰਦਾ ਨਾ, ਉਹ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਨਾਲ ਪ੍ਰੈਕਟੀਕਲ ਕਰਦਾ ਹੋਇਆ ਖੋਜ ਕਰਦਾ ਆ ਉਸ ਘਰ ਦੀ, ਉਸ ਦਰ ਦੀ। ਸੱਚੀ ਸੰਗਤ ਵਿੱਚ ਬਹਿ ਕੇ ਗੁਰਮੁਖਾਂ ਵੱਲੋਂ ਫਿਰ ਉਹ ਖੇਲ ਸਮਝਾਇਆ ਜਾਂਦਾ ਵਾ। ਕਹਿੰਦੇ ਗੁਰਮੁਖ ਖੋਜ ਲਹੇ ਜਨ ਪੂਰੇ, ਇਉਂ ਸਮਦਰਸੀ ਚੀਨਾ ਹੈ। ਤੇ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਉਹ ਜਿਹੜਾ ਅਕਾਲ ਪੁਰਖ ਆ ਨਾ, ਉਹ ਵਾਹਿਗੁਰੂ ਜਿਹੜਾ, ਮਹਾਰਾਜ ਕਹਿੰਦੇ ਆ ਪ੍ਰਭ ਬੇਅੰਤ ਗੁਰਮਤ ਕੋ ਪਾਵੈ। ਕੋ ਦਾ ਮਤਲਬ ਕੋਈ, ਹਰ ਇੱਕ ਜੀਵ ਨਹੀਂ ਪਾ ਸਕਦਾ। ਕਿਉਂ ਨਹੀਂ ਪਾ ਸਕਦਾ? ਕਿਉਂਕਿ ਜਿਹੜੇ ਜਪਦੇ ਹੀ ਨਹੀਂ, ਜਿਹੜੇ ਗੁਰਬਾਣੀ ਦੀ ਖੋਜ ਨਹੀਂ ਕਰਦੇ, ਜਿਹੜੇ ਸਿਮਰਨ ਨਹੀਂ ਕਰਦੇ, ਮਹਾਰਾਜ ਕਹਿੰਦੇ ਉਹ ਕਿਵੇਂ ਅਕਾਲ ਪੁਰਖ ਨੂੰ ਪਾਲਣਗੇ? ਤਾਂ ਹੀ ਸਤਿਗੁਰੂ ਕਹਿੰਦੇ ਪ੍ਰਭ ਬੇਅੰਤ। ਕਹਿੰਦੇ ਉਹ ਜਿਹੜਾ ਵਾਹਿਗੁਰੂ ਨਾ ਸਾਡਾ ਪਿਤਾ ਆ, ਉਹ ਬੇਅੰਤ ਆ। ਉਹਨੂੰ ਨਹੀਂ ਵੀ ਕੋਈ ਜਪਦਾ, ਉਹਨੂੰ ਨਹੀਂ ਵੀ ਕੋਈ ਮੰਨਦਾ। ਕਹਿੰਦੇ ਨਾ ਰੱਬ ਕਿਤੇ ਕਿਸੇ ਨੇ ਦੇਖਿਆ, ਪਰਮਾਤਮਾ ਕਿਸੇ ਨੇ ਦੇਖਿਆ। ਰੱਬ ਨੂੰ ਗਾਲਾਂ ਵੀ ਕੱਢੀ ਜਾਂਦੇ ਪਰਮਾਤਮਾ ਨੂੰ, ਪਰ ਉਹ ਸਵਾਸ ਉਹਨੂੰ ਵੀ ਦੇਈ ਜਾਂਦਾ। ਜਿੰਨਾ ਸਮਾਂ ਉਹਨੇ ਸੰਸਾਰ 'ਚ ਲਿਖਿਆ ਨਾ, ਉਹਨੂੰ ਰਿਜ਼ਕ ਵੀ ਦੇਈ ਜਾਂਦਾ, ਉਹਨੂੰ ਭੋਜਨ ਵੀ ਦੇਈ ਜਾਂਦਾ। ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਂਦੇ ਨੇ ਸਾਡੇ ਸਤਿਗੁਰ ਦੀ, ਉਹਨੂੰ ਵੀ ਬੜੀਆਂ ਦਾਤਾਂ ਬਖਸ਼ਿਸ਼ ਕਰੀ ਜਾਂਦਾ। ਕਿਉਂਕਿ ਪਰਮਾਤਮਾ ਜਿਹੜਾ ਸਾਡਾ ਪਿਤਾ ਆ ਨਾ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦਾ, ਉਹ ਬੇਅੰਤ ਆ। ਤੇ ਜਿਹੜਾ ਹੈ ਹੀ ਬੇਅੰਤ, ਤੇ ਪਾਤਸ਼ਾਹ ਕਹਿੰਦੇ ਤੁਸੀਂ ਫਿਰ ਯਾਰੀ ਕਿਹਦੇ ਨਾਲ ਲਾਉਣੀ ਆ? ਜਿਹੜਾ ਅੰਤ ਸਮੇਂ ਛੱਡ ਜਾਂਦਾ ਆ, ਮਾਤਾ ਪਿਤਾ ਭੈਣ ਭਰਾ ਬੱਚੇ ਯਾਰ ਦੋਸਤ, ਕਿ ਜਾਂ ਬੇਅੰਤ ਨਾਲ ਯਾਰੀ ਲਾਉਣੀ ਤੁਸੀਂ? ਫਿਰ ਉੱਥੇ ਜਵਾਬ ਤੇ ਸਾਡਾ ਇਹ ਹੋਊਗਾ ਜੀ, ਦੋਸਤੀ ਮਿੱਤਰਤਾ ਤੇ ਬੇਅੰਤ ਨਾਲ ਲਾਉਣੀ ਚਾਹੀਦੀ ਆ। ਤੇ ਕਹਿੰਦੇ ਫਿਰ ਬੇਅੰਤ ਕੌਣ ਆ? ਕਹਿੰਦੇ ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਕਹਿੰਦੇ ਪ੍ਰਭ ਬੇਅੰਤ ਗੁਰਮਤ ਕੋ ਪਾਵੈ। ਕਹਿੰਦੇ ਕੋਈ ਵਿਰਲਾ ਹੀ ਗੁਰੂ ਦੀ ਮੱਤ ਲੈ ਕੇ ਉਹਨੂੰ ਪਾਉਂਦਾ, ਉਸ ਬੇਅੰਤ ਨੂੰ। ਤੇ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਗੁਰ ਕੈ ਸ਼ਬਦ ਮਨ ਕੋ ਸਮਝਾਵੈ। ਕਹਿੰਦੇ ਜਦੋਂ ਤੁਸੀਂ ਸਿਮਰਨ ਕਰੋਗੇ ਨਾ, ਇਹ ਗੁਰਮੰਤਰ ਦਾ ਜਾਪ ਕਰੋਗੇ, ਤੁਹਾਡੇ ਅੰਦਰ ਜਿਹੜਾ ਅਕਾਲ ਪੁਰਖ ਦਾ ਸ਼ਬਦ ਚੱਲ ਰਿਹਾ ਵਾ, ਤੇ ਮਹਾਰਾਜ ਕਹਿੰਦੇ ਆ ਗੁਰ ਕੈ ਸ਼ਬਦ ਮਨ ਕੋ ਸਮਝਾਵੈ। ਉਹ ਮਨ ਗੁਰੂ ਦੇ ਸ਼ਬਦ ਦੁਆਰਾ ਫਿਰ ਸਮਝ ਜਾਊਗਾ ਕਿ ਸੱਚ ਕੀ ਆ ਤੇ ਸੰਸਾਰ ਕੀ ਆ, ਅਕਾਲ ਪੁਰਖ ਕੀ ਆ, ਦੁਨੀਆ ਕੀ ਆ, ਨਿਰਗੁਣ ਕੀ ਆ, ਸਰਗੁਣ ਕੀ ਆ, ਤ੍ਰੈ ਗੁਣ ਕੀ ਆ, ਤੇ ਚੌਥਾ ਪਦ ਕੀ ਆ। ਉਹਨੂੰ ਫਿਰ ਸਾਰੀ ਹੀ ਸੋਝੀ ਆ ਜੂਗੀ। ਜਿਹੜਾ ਅਕਾਲ ਪੁਰਖ ਦਾ ਸਿਮਰਨ ਕਰਦਾ ਹੋਇਆ ਸੱਚੀ ਸੰਗਤ ਵਿੱਚ ਜਾ ਕੇ ਜਿਹੜਾ ਇਹ ਗਿਆਨ ਲੈ ਲੂਗਾ। ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਮਨ ਕੋ ਸਮਝਾਵੇ। ਤੇ ਕੀ ਕਹਿੰਦੇ? ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੈ ਲੀਨਾ ਹੈ। ਸਤਿਗੁਰ ਦੀ ਬਾਣੀ ਕਿਹੜੀ ਆ? ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਗੁਰਬਾਣੀ ਆ। ਸਤਿਗੁਰ ਦੀ ਬਾਣੀ ਉਹ ਆ ਜਿਹੜੀ ਸਾਡੇ ਅੰਦਰ ਚੱਲ ਰਹੀ, ਜਿਸ ਨੂੰ ਅਨਹਦ ਬਾਣੀ ਕਹਿ ਦਿੱਤਾ, ਜਿਸ ਨੂੰ ਨਾਮ ਕਹਿ ਦਿੱਤਾ, ਜਿਸ ਨੂੰ ਸ਼ਬਦ ਕਹਿ ਦਿੱਤਾ। ਕਿਉਂਕਿ ਮਹਾਰਾਜ ਕਹਿੰਦੇ ਨਾ ਸਤਿਗੁਰ ਕੀ ਬਾਣੀ ਕਿਹੜੀ ਆ? ਜਿਹੜੀ ਅਨਹਦ ਬਾਣੀ ਸਾਡੇ ਅੰਦਰ ਚੱਲ ਰਹੀ ਆ, ਉਹਦਾ ਅਸੀਂ ਗਿਆਨ ਲੈਣਾ ਹੁੰਦਾ। ਫਿਰ ਮਹਾਰਾਜ ਅੱਗੇ ਸਮਝਾਉਂਦੇ ਆ ਗੁਰਬਾਣੀ ਵਿੱਚ, ਮਹਾਰਾਜ ਕਹਿੰਦੇ ਨਾਰਦ ਸਾਰਦ ਸੇਵਕ ਤੇਰੇ। ਹੁਣ ਮਹਾਰਾਜ ਕਹਿੰਦੇ ਸੰਸਾਰ ਵਿੱਚ ਦੇਵੀ ਦੇਵਤੇ ਆਏ ਨਾ, ਨਾਰਦ ਮੁਨੀ ਆਏ, ਸ਼ਿਵ ਬ੍ਰਹਮਾ, ਜੋ ਵੀ ਜਿੰਨੇ ਦੇਵੀ ਦੇਵਤੇ ਆਏ, ਉਹ ਕੌਣ ਆ? ਉਹ ਤੇ ਉਹਦੇ ਆਪਣੇ ਸੇਵਕ ਆ ਪਰਮਾਤਮਾ ਅਕਾਲ ਪੁਰਖ ਦੇ, ਤੇ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਆ। ਹੁਣ ਅਸੀਂ ਸੇਵਕ ਦੀ ਪੂਜਾ ਕਰਨੀ ਕਿ ਡਾਇਰੈਕਟ ਆਪਣੇ ਪਰਮਾਤਮਾ ਈਸ਼ਵਰ ਨਿਰੰਕਾਰ ਵਾਹਿਗੁਰੂ ਦੀ ਸੇਵਾ ਕਰਨੀ ਆ? ਅਸੀਂ ਉਹਨਾਂ ਨੂੰ ਪੂਜੀ ਜਾਂਦੇ ਆ। ਮਹਾਰਾਜ ਕਹਿੰਦੇ ਨਾਰਦ ਸਾਰਦ ਸੇਵਕ ਤੇਰੇ, ਤ੍ਰਿਭਾਵਨ ਸੇਵਕ ਵੱਡੋ ਵਡੇਰੇ। ਕਹਿੰਦੇ ਤ੍ਰੈ ਭਵਨਾਂ ਦੇ ਵਿੱਚ ਵੱਡੇ ਤੋਂ ਵੱਡੇ ਜਿਹੜੇ ਆਏ ਨਾ ਦੁਨੀਆ ਵਿੱਚ, ਉਹ ਸਾਰੇ ਤੇਰੇ ਸੇਵਕ ਸੀ। ਭਾਵੇਂ ਕੋਈ
ਵਿਸ਼ਨੂੰ, ਬ੍ਰਹਮਾ, ਮਹੇਸ਼, ਸ਼ਿਵ ਜੀ, ਕੋਈ ਵੀ ਆਇਆ, ਰਾਵਣ ਆਇਆ। ਹੁਣ ਰਾਵਣ ਨੇ ਕਿੱਡੀ ਵੱਡੀ ਬੰਦਗੀ ਕੀਤੀ ਆ, ਕਿੰਨਾ ਜ਼ਿਆਦਾ ਉਹਨੇ ਜਪ ਤਪ ਕੀਤਾ। ਤੇ ਸਤਿਗੁਰੂ ਦੀ ਬਾਣੀ 'ਚ ਆਉਂਦਾ ਕਿ ਰਾਵਣ ਇੰਨਾ ਜਪ ਤਪੀ ਸੀ, ਇੰਨਾ ਜਪ ਕੀਤਾ ਅਕਾਲ ਪੁਰਖ ਦਾ, ਉਹਨੇ ਨਾਮ ਧਿਆਇਆ ਕਿ ਚੰਦਰਮਾ ਤੇ ਸੂਰਜ ਕੋਲੋਂ ਆਪਣੀ ਰਸੋਈ ਦੇ ਵਿੱਚ ਕੰਮ ਕਰਵਾਉਂਦਾ ਹੁੰਦਾ ਸੀ, ਰਸੋਈ ਦਾ ਕੰਮ। ਤੇ ਜਿਹੜਾ ਬਸੰਤਰ ਦੇਵਤਾ ਸੀ, ਉਹਦੇ ਕੋਲੋਂ ਆਪਣੇ ਪਰਿਵਾਰ ਦੇ ਤੇ ਆਪਣੇ ਕੱਪੜੇ ਧਵਾਉਂਦਾ ਹੁੰਦਾ ਸੀ। ਸਤਿਗੁਰਾਂ ਗੁਰਬਾਣੀ ਸਮਝਾਇਆ ਨਾ, ਮਹਾਰਾਜ ਸਮਝਾਉਣਾ ਕਰਦੇ ਆ, ਚੰਦ ਸੂਰਜ ਜਾਂ ਕੇ ਤਪਤ ਰਸੋਈ, ਬਸੰਤਰ ਜਾਂ ਕੇ ਕੱਪੜੇ ਧੋਈ। ਇੰਨਾ ਮਹਾਬਲੀ ਸੀ। ਤੇ ਮਹਾਰਾਜ ਕਹਿੰਦੇ ਤ੍ਰਿਭੁਵਨ ਦੇ ਵਿੱਚ ਵੱਡੇ ਤੋਂ ਵੱਡੇ ਮਹਾਬਲੀ ਯੋਧੇ ਆਏ, ਜਪਣ ਵਾਲੇ, ਤਾਕਤਾਂ ਵਾਲੇ, ਬਲਸ਼ਲ ਵਾਲੇ ਆਏ, ਉਹ ਸਾਰੇ ਤੇਰੇ ਸੇਵਕ ਆ, ਜਿੰਨੇ ਵੀ ਸੰਸਾਰ ਵਿੱਚ ਹੋਏ ਆ। ਮਹਾਰਾਜ ਕਹਿੰਦੇ ਆ, ਨਾਰਦ ਸਾਰਦ ਸੇਵਕ ਤੇਰੇ, ਤ੍ਰਿਭੁਵਨ ਸੇਵਕ ਵੱਡੋ ਵਡੇਰੇ, ਵੱਡੇ ਤੋਂ ਵੱਡੇ ਤੇਰੇ ਸੇਵਕ ਆਏ ਆ। ਤੇ ਸਤਿਗੁਰ ਕਹਿੰਦੇ ਆ, ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ। ਤੇਰੀ ਕੁਦਰਤ ਆ, ਕੋਈ ਤੇਰਾ ਮਿਲਾਪ ਕਰ ਲੈਂਦਾ ਔਰ ਕੋਈ ਫੇਰ ਇਥੋਂ ਆਪਣਾ ਮਨੁੱਖਾ ਜਨਮ ਖੋ ਕੇ ਚਲਾ ਜਾਂਦਾ, ਕਿਉਂਕਿ ਉਹ ਸੰਗਤ ਵਿੱਚ ਵੀ ਆਉਂਦਾ ਪਰ ਉਹਨੂੰ ਸਮਝ ਨਹੀਂ ਆਉਂਦੀ। ਪਹਿਲੀ ਗੱਲ ਤੇ ਕਈ ਵਾਰ ਸੰਗਤ ਵਿੱਚ ਆਉਣ ਦਾ ਉਹਦਾ ਮਨ ਨਹੀਂ ਕਰਦਾ, ਜੇ ਸੰਗਤ ਵਿੱਚ ਆ ਜਾਂਦਾ ਤੇ ਉਹਦਾ ਮਨ ਹੀ ਨਹੀਂ ਟਿਕਦਾ, ਕਿਉਂਕਿ ਉਹ ਤੇਰੀ ਕੁਦਰਤ ਆ ਕਿ ਕਿਹਨੂੰ ਸਮਝਾਉਣਾ। ਜਿਸੇ ਤੂੰ ਜਣਾਏ ਸੋਈ ਜਨ ਜਾਣੇ, ਜਿਸ ਨੂੰ ਤੂੰ ਜਣਾਉਣਾ ਚਾਹੁੰਦਾ ਆ, ਜਿਸ ਨੂੰ ਤੂੰ ਆਪਣਾ ਆਪ ਸਮਝਾਉਣਾ ਚਾਹੁੰਦਾ, ਉਹੀ ਸਮਝ ਸਕਦਾ। ਆਮ ਜੀਵ ਦੇ ਵੱਸ ਦੀ ਗੱਲ ਨਹੀਂ। ਆਮ ਜੀਵ ਆਊਗਾ, ਸਿਮਰਨ ਚੱਲਦਾ ਹੋਊ, ਗੁਰਬਾਣੀ ਦੀ ਕਥਾ ਚੱਲਦੀ ਹੋਊ, ਆ ਕੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਚੱਲ ਜੂ, ਉਹਨੂੰ ਸਮਝ ਹੀ ਨਹੀਂ ਲੱਗਣੀ ਕਿ ਕਿੰਨਾ ਵੱਡਾ ਖਜ਼ਾਨਾ ਇੱਥੇ ਵੰਡਿਆ ਜਾ ਰਿਹਾ ਅਕਾਲ ਪੁਰਖ ਦੀ ਬਾਣੀ ਦੁਆਰਾ, ਸਿਮਰਨ ਦੁਆਰਾ, ਕਿੰਨਾ ਤਗੜਾ ਲਾਹਾ ਖੱਟਿਆ ਜਾ ਰਿਹਾ। ਸਤਿਗੁਰੂ ਗੁਰਬਾਣੀ 'ਚ ਅੱਗੇ ਸਮਝਾਉਂਦੇ ਆ, ਮਹਾਰਾਜ ਕਹਿੰਦੇ ਆ, ਇੱਕ ਦਰ ਸੇਵੇ ਦਰਦ ਵੰਝਾਏ, ਉਹ ਦਰਗਾਹ ਪੈਦੇ ਸਤਿਗੁਰੂ ਛਡਾਏ। ਮਹਾਰਾਜ ਕਹਿੰਦੇ ਇੱਕ ਜਿਹੜੇ ਆ ਗੁਰਬਾਣੀ ਦੁਆਰਾ ਦੱਸਦੇ, ਕਹਿੰਦੇ ਇੱਕ ਦਰ ਸੇਵੇ ਦਰਦ ਵੰਝਾਏ। ਕਹਿੰਦੇ ਕਈ ਜੀਵ ਬਹੁਤ ਦਰਦ ਦੇ ਵੰਝੇ ਹੁੰਦੇ ਨੇ, ਤੇ ਫਿਰ ਕੀ ਕਹਿੰਦਾ, ਕਹਿੰਦੇ ਉਹ ਦਰਗਾਹ ਪੈਦੇ ਸਤਿਗੁਰੂ ਛਡਾਏ। ਫਿਰ ਕਹਿੰਦੇ ਆ, ਮਹਾਰਾਜ ਕਹਿੰਦੇ ਸਤਿਗੁਰੂ ਅਕਾਲ ਪੁਰਖ ਕਿਰਪਾ ਕਰਦਾ, ਦਰਗਾਹ ਦੇ ਵਿੱਚੋਂ ਉਹਨਾਂ ਦਾ ਛੁਟਕਾਰਾ ਕਰਾ ਦਿੰਦਾ। ਪਰ ਜਿੰਨਾ ਚਿਰ ਜਪਿਆ ਹੀ ਨਹੀਂ, ਇਹ ਨਹੀਂ ਆ ਵੀ ਚਲੋ ਸ਼ਾਇਦ ਹੋ ਸਕਦਾ ਸਾਨੂੰ ਵੀ ਸਤਿਗੁਰੂ ਛਡਾ ਦੂਗਾ। ਇਹ ਜਿਉਂਦੇ ਜੀ ਸਤਿਗੁਰ ਨੇ ਸਾਡਾ ਛੁਟਕਾਰਾ ਕਰਾਉਣਾ। ਜਿੰਨਾ ਚਿਰ ਸਵਾਸਾਂ ਦਾ ਧਨ ਹੈ, ਜਿੰਨਾ ਚਿਰ ਸਾਡੇ ਕੋਲ ਸਰੀਰ ਹੈ, ਤਾਈਓ ਮਹਾਰਾਜ ਕਹਿੰਦੇ ਹਉਮੈ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚੱਲਣ ਨਾ ਦੀਨਾ ਹੈ। ਕਹਿੰਦੇ ਸਾਡਾ ਜਿਹੜਾ ਮਨ ਹੈ ਨਾ, ਚੰਚਲ ਆ। ਚੰਚਲ ਜਿਵੇਂ ਆਪਾਂ ਉਦਣ ਵੀ ਵਿਚਾਰ ਕੀਤੀ ਸੀ ਸਾਰਿਆਂ ਰਲ ਮਿਲ ਕੇ ਕਿ ਚੰਚਲ ਮਨ ਕੀ ਆ। ਜਦੋਂ ਗੁਰੂ ਘਰ ਆਉਂਦਾ ਆ, ਜਦੋਂ ਇੱਥੇ ਸੰਗਤ 'ਚ ਆਉਂਦਾ, ਮੈਂ ਤੇ ਅੱਜ ਤੋਂ ਬਾਅਦ ਸਿਮਰਨ ਹੀ ਕਰੂੰ, ਮੈਂ ਤੇ ਅਕਾਲ ਪੁਰਖ ਦਾ ਮਿਲਾਪ ਹੀ ਕਰੂੰ, ਮੈਂ ਤੇ ਬਾਣੀ ਪੜੂੰ। ਤੇ ਜਦੋਂ ਸੰਗਤ 'ਚੋਂ ਚੱਲ ਜਾਂਦਾ ਵਾ, ਫਿਰ ਆਪਣੇ ਅੰਦਰ ਸੰਸਾਰ ਨੂੰ ਭਰ ਲੈਂਦਾ, ਆਪਣੇ ਅੰਦਰ ਵਿਚਾਰ ਤੇ ਫੁਰਨੇ ਭਰ ਲੈਂਦਾ। ਭਾਵ ਕਿ ਬਾਂਦਰ ਦੀ ਨਿਆਈ ਕਦੀ ਟਪੂਸੀ ਮਾਰ ਕੇ ਉਧਰ ਤੇ ਕਦੀ ਉਧਰ। ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਜਿਹੜਾ ਹਉਮੈ ਦੇ ਬੰਧਨ ਆ ਨਾ, ਉਹ ਸਤਿਗੁਰੂ ਤੋੜ ਸਕਦਾ, ਕਿਉਂਕਿ ਸਾਡਾ ਮਨ ਕਦੀ ਵੀ ਆਪਣੀ ਮਤ ਵਰਤ ਕੇ ਆਪਣੀ ਚੰਚਲਤਾ ਤਿਆਗ ਨਹੀਂ ਸਕਦਾ। ਤਾਈਓ ਮਹਾਰਾਜ ਕਹਿੰਦੇ ਹਉਮੈ ਬੰਧਨ ਸਤਿਗੁਰੂ ਤੋੜੇ, ਚਿਤ ਚੰਚਲ ਚੱਲਣ ਨਾ ਦੀਨਾ ਹੈ। ਫਿਰ ਸਤਿਗੁਰੂ ਸਾਡੇ ਮਨ ਨੂੰ ਥੰਮ ਲਾ ਦਿੰਦੇ ਆ। ਕਿਹੜਾ ਥੰਮ ਲਾਉਂਦੇ ਆ, ਉਹ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ, ਔਰ ਆਪਾਂ ਸਾਰੇ ਜਾਣੇ ਪੜ੍ਹਦੇ ਵੀ ਆ ਗੁਰਬਾਣੀ ਵਿੱਚ। ਕਿਹੜਾ ਥੰਮ, ਮਹਾਰਾਜ ਕਹਿੰਦੇ ਜਿਉ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ। ਜਿਹੜਾ ਗੁਰੂ ਦਾ ਸ਼ਬਦ ਅੰਦਰ ਚੱਲ ਰਿਹਾ ਨਾ, ਔਰ ਜਿਹੜਾ ਇੱਕ ਸ਼ਬਦ ਆਪਾਂ ਦ੍ਰਿੜ ਕਰਦੇ ਹਾਂ, ਵਾਹਿਗੁਰੂ ਗੁਰਮੰਤਰ, ਉਹ ਸਾਡੇ ਮਨ ਨੂੰ ਥੰਮ ਲਾਉਂਦਾ, ਹੌਲੀ ਹੌਲੀ ਥੰਮ ਲੱਗ ਜਾਂਦਾ ਕਿ ਇਹਦੇ ਵਿਚਾਰ ਖਤਮ ਹੋ ਜਾਂਦੇ। ਪੰਜ ਜਾਣੇ ਇਹਨੂੰ ਸਤਾਉਣਾ ਬੰਦ ਕਰ ਦਿੰਦੇ। ਸੋ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਤਾਂ ਹੀ ਤਾਂ ਬਾਰ-ਬਾਰ ਸਮਝਾਉਂਦੇ, ਮਹਾਰਾਜ ਕਹਿੰਦੇ ਤੁਸੀਂ ਐਸੇ ਸਤਿਗੁਰ ਦੀ ਸੰਗਤ ਕਰੋ, ਐਸੇ ਸਤਿਗੁਰ ਨੂੰ ਮਿਲੋ, ਸਤਿਗੁਰ ਮਿਲੋ ਚੀਨੋ ਬਿਦ ਸਾਈ। ਕਹਿੰਦੇ ਉਸ ਸਾਈਂ ਪਰਮਾਤਮਾ ਵਾਹਿਗੁਰੂ ਨੂੰ ਧਿਆਵੋ, ਜਿਤ ਪ੍ਰਭ ਪਾਵੋ ਗਣਤ ਨਾ ਕਾਈ। ਮਹਾਰਾਜ ਕਹਿੰਦੇ ਜਿਦ ਅਗਿਣਤ ਜਿਸ ਨੇ ਜੀਵਾਂ ਨੂੰ ਤਾਰਿਆ ਹੈ, ਕਿਉਂਕਿ ਹਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਹੁਣ ਅਸੀਂ ਸੇਵਾ ਕਰਦੇ ਹਾਂ, ਜਿਵੇਂ ਜੇ ਆਪਾਂ ਸੰਗਤ ਦੀ ਸੇਵਾ ਕਰਦੇ ਹਾਂ, ਗੁਰੂ ਘਰ ਜਾ ਕੇ ਗੁਰਦੁਆਰਾ ਸਾਹਿਬ ਆਪਾਂ ਸੇਵਾ ਕਰਦੇ ਹਾਂ, ਸਾਡੇ ਅੰਦਰ ਕਿਤੇ ਨਾ ਕਿਤੇ ਹਉਮੈ ਆ ਜਾਂਦੀ ਆ। ਮਾੜੀ ਤੋਂ ਮਾੜੀ, ਬਰੀਕ ਤੋਂ ਬਰੀਕ, ਸੂਖਮ ਤੋਂ ਸੂਖਮ ਹਉਮੈ ਵੀ ਸਾਡੇ ਅੰਦਰ ਆ ਜਾਂਦੀ ਆ।
ਤੇ ਮਹਾਰਾਜ ਕਹਿੰਦੇ ਜੇ ਸੇਵਾ ਕਰਨੀ ਨਾ ਗੁਰੂ ਦੀ, ਸਤਿਗੁਰੂ ਦੀ, ਸੰਗਤ ਦੀ, ਤੇ ਆਪਣੇ ਅੰਦਰੋਂ ਤੁਹਾਨੂੰ ਹਉਮੈ ਨੂੰ ਖਤਮ ਕਰਨਾ ਪਊਗਾ। ਤਾਂ ਹੀ ਮਹਾਰਾਜ ਕਹਿੰਦੇ ਹਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਸੋ ਇਸ ਕਰਕੇ ਦੇਖੋ ਸਤਿਗੁਰਾਂ ਆਪਾਂ ਨੂੰ ਤਾਂ ਹੀ ਤਾਂ ਬਾਰ-ਬਾਰ ਸਮਝਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਸਾਰ ਤੇ ਸਤਿਗੁਰੂ ਆਏ, ਪਰਮੇਸ਼ਰ ਆਪ ਉਹ ਨਿਰੰਕਾਰ ਆਪ ਸਰੀਰ ਰੂਪ ਲੈ ਕੇ ਸੰਸਾਰ ਵਿੱਚ ਪ੍ਰਗਟ ਹੋਏ। ਹੁਣ ਉਹਨਾਂ ਨੇ ਸਾਨੂੰ ਸਮਝਾਇਆ ਨਾ ਗੁਰਬਾਣੀ ਵਿੱਚ, ਕਹਿੰਦੇ ਅਸੁਰ ਸੰਘਾਰਨ ਰਾਮ ਹਮਾਰਾ, ਘਟ ਘਟ ਰਮਈਆ ਰਾਮ ਪਿਆਰਾ। ਕਹਿੰਦੇ ਕਿਹਦੇ ਨਾਲ ਨਿੰਦਿਆ ਚੁਗਲੀ ਕਰਦੇ ਹੋ, ਕਿਹਦੇ ਨਾਲ ਵੈਰ ਰੱਖਦੇ ਹੋ, ਕਿਹਦੇ ਨਾਲ ਦੁਬਦਾ ਕਰਦੇ ਹੋ, ਸਾਰਿਆਂ ਵਿੱਚ ਤੇ ਉਹ ਆਪ ਵਰਤਦਾ ਆ। ਹਰ ਇੱਕ ਸਰੀਰ ਦੇ ਅੰਦਰ ਤੇ ਪਰਮਾਤਮਾ ਬੈਠਾ, ਪਰ ਤੁਹਾਨੂੰ ਅੰਦਰ ਦਾ ਭੇਤ ਨਾ ਹੋਣ ਕਰਕੇ ਤੁਸੀਂ ਸ਼ਕਲਾਂ ਵੇਖ ਕੇ ਇੱਕ ਦੂਜੇ ਨਾਲ ਈਰਖਾ ਪਾ ਕੇ ਬਹਿ ਗਏ ਹੋ, ਵੈਰ ਵਿਰੋਧ ਪਾ ਕੇ ਬਹਿ ਗਏ ਹੋ। ਜਿਹੜਾ ਜੀਵ ਇੱਕ ਦੂਸਰੇ ਨੂੰ ਨਹੀਂ ਵੀ ਜਾਣਦਾ, ਉਹ ਭਾਵੇਂ ਪਹਿਲੀ ਵਾਰ ਹੀ ਕਿਤੇ ਇੱਕ ਦੂਸਰੇ ਨੂੰ ਦੇਖਿਆ ਹੋਵੇ ਨਾ, ਉਹ ਇੱਕ ਦੂਸਰੇ ਦੇ ਕੱਪੜੇ ਤੇ ਸ਼ਕਲ ਵੇਖ ਕੇ ਅੰਦਰ ਈਰਖਾ ਭਾਵਨਾ ਆਪਣੇ ਪੈਦਾ ਕਰ ਲੈਂਦਾ ਬਿਨਾਂ ਕਿਸੇ ਮਤਲਬ ਤੋਂ। ਉਹ ਇੰਨੇ ਪੰਜ ਮਹਾਬਲੀ ਆ ਕਿ ਸਾਨੂੰ ਵੱਸ 'ਚ ਨਹੀਂ ਆਉਣ ਦਿੰਦੇ, ਸਾਡਾ ਮਨ ਜਿਹੜਾ ਆ ਈਰਖਾ ਵੈਰ ਵਿਰੋਧ ਕਰਾਈ ਰੱਖਦੇ। ਤਾਂ ਹੀ ਉਹ ਮਹਾਰਾਜ ਕਹਿੰਦੇ ਆ ਅਸੁਰ ਸੰਘਾਰਨ ਰਾਮ ਹਮਾਰਾ, ਘਟ ਘਟ ਰਮਈਆ ਰਾਮ ਪਿਆਰਾ, ਨਾਲੇ ਅਲਖ ਨਾ ਲਖੀਐ ਮੂਲੇ, ਗੁਰਮੁਖ ਲਿਖ ਵਿਚਾਰਾ ਹੈ। ਹੁਣ ਸਤਿਗੁਰੂ ਕਹਿੰਦੇ ਵੀ ਜਿਹੜਾ ਗੁਰਮੁਖ ਆ ਉਹਨੇ ਕੀ ਕਰਨਾ, ਉਹਨੇ ਐਸੇ ਸਾਧੂ ਦੀ ਸ਼ਰਨ ਵਿੱਚ ਜਾਣਾ ਆ, ਐਸੇ ਸੰਤ ਗੁਰਮੁਖ ਦੀ ਸ਼ਰਨ ਵਿੱਚ ਜਾਣਾ ਆ। ਹੁਣ ਭਰਮ ਤੇ ਪੈ ਜਾਂਦਾ ਵੀ ਸੰਸਾਰ 'ਚ ਸੰਤੀ ਬੜੇ ਹੋ ਗਏ ਆ, ਸੰਸਾਰ ਵਿੱਚ ਤੇ ਸਾਧੂ ਬੜੇ ਹੋ ਗਏ ਆ। ਤੇ ਮਹਾਰਾਜ ਕਹਿੰਦੇ ਫਿਰ ਉਸ ਸੱਚੇ ਸਾਧੂ ਪੂਰਨ ਸੰਤ ਦੀ ਨਿਸ਼ਾਨੀ ਗੁਰਬਾਣੀ ਦੁਆਰਾ ਸਾਨੂੰ ਸਮਝਾਤੀ। ਜੇ ਖੋਜ ਕਰਨੀ ਆ ਨਾ ਤੇ ਮਹਾਰਾਜ ਕਹਿੰਦੇ ਪੂਰੇ ਸਾਧੂ ਦੀ ਸ਼ਰਨ ਵਿੱਚ ਜਾਓ, ਗੁਰਬਾਣੀ ਦੀ ਖੋਜ ਕਰਕੇ ਤੁਹਾਨੂੰ ਪਤਾ ਲੱਗ ਜਾਏਗਾ। ਤੇ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਗੁਰਮੁਖ ਸਾਧੂ ਸ਼ਰਨ ਤੁਮਾਰੀ। ਕਹਿੰਦੇ ਉਹ ਗੁਰਮੁਖ ਉਹ ਸਾਧੂ ਦੀ ਸ਼ਰਨ ਵਿੱਚ ਸਾਡਾ ਮਨ ਚਲਾ ਗਿਆ, ਗੁਰਮੁਖ ਸਾਧੂ ਸ਼ਰਨ ਤੁਮਾਰੀ। ਤੇ ਜਦੋਂ ਉਹਨਾਂ ਦੀ ਸ਼ਰਨ ਗਏ, ਸ਼ਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਪੈਰੀਂ ਪੈ ਜਾਣਾ, ਪੈਰੀਂ ਪੈਣ ਦਾ ਮਤਲਬ ਇਹ ਕਿ ਉਹਨਾਂ ਦੀ ਸੰਗਤ ਕਰਨੀ, ਜੋ ਉਪਦੇਸ਼ ਦਿੰਦੇ ਸਾਨੂੰ ਗੁਰਬਾਣੀ ਦੁਆਰਾ। ਫਿਰ ਉੱਥੇ ਉਹ ਕੀ ਸਮਝਾਉਂਦੇ ਆ, ਕਹਿੰਦੇ ਕਰ ਕਿਰਪਾ ਪ੍ਰਭ ਪਾਰ ਉਤਾਰੀ। ਕਹਿੰਦੇ ਜਦੋਂ ਐਸੇ ਗੁਰਮੁਖਾਂ ਦਾ ਸੰਗ ਹੋਇਆ, ਜਿਨ੍ਹਾਂ ਗੁਰਬਾਣੀ ਦੁਆਰਾ ਸਾਨੂੰ ਅਕਾਲ ਪੁਰਖ ਦੇ ਮਿਲਾਪ ਦਾ ਮਾਰਗ ਸਮਝਾਇਆ, ਤੇ ਸਾਡੇ ਮਨ ਨੂੰ ਵੀ ਸੰਸਾਰ ਰੂਪੀ ਸਾਗਰ ਤੋਂ ਪਾਰ ਕਰ ਦਿੱਤਾ, ਕਿਉਂਕਿ ਉਹਨਾਂ ਜੁਗਤ ਐਸੀ ਗੁਰਬਾਣੀ ਦੁਆਰਾ ਦੱਸੀ। ਗੁਰਮੁਖ ਸਾਧੂ ਸ਼ਰਨ ਤੁਮਾਰੀ, ਕਰ ਕਿਰਪਾ ਪ੍ਰਭ ਪਾਰ ਉਤਾਰੀ। ਤੇ ਕੀ ਕਿਹਾ, ਕਹਿੰਦੇ ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਡੁੱਬਦਾ ਹੋਵੇ ਨਾ ਜੀਵ, ਉਹਨੂੰ ਕੋਈ ਵੀ ਸਹਾਰਾ ਮਿਲ ਜਾਵੇ, ਭਾਵੇਂ ਕੋਈ ਬੰਦਾ ਬਚਾਉਣ ਆ ਜਾਵੇ, ਭਾਵੇਂ ਕੋਈ ਕਿਸ਼ਤੀ ਲੈ ਕੇ ਸੇਫਟੀ ਵਾਲੇ ਜਿਹੜੇ ਰੈਸਕਿਊ ਵਾਲੇ ਆ ਉਹ ਬਚਾਉਣ ਚੱਲ ਜਾਣ, ਪਰ ਉਹ ਉਹਨਾਂ ਦਾ ਸ਼ੁਕਰ ਕਰੂ ਵੀ ਸ਼ੁਕਰ ਆ ਮੈਂ ਡੁੱਬ ਕੇ ਮਰ ਨਹੀਂ ਗਿਆ, ਮੈਨੂੰ ਬਚਾ ਲਿਆ। ਇਸੇ ਤਰੀਕੇ ਨਾਲ ਮਾਰੇ ਕਹਿੰਦੇ ਸਾਡਾ ਜਿਹੜਾ ਮਨ ਆ, ਜਿਹੜੇ ਸਾਡੇ ਅੰਦਰ ਤ੍ਰੈ ਗੁਣਾਂ ਦੇ ਵਿਚਾਰ ਚੱਲਦੇ ਆ, ਅਗਨ ਦੇ, ਪਾਣੀ ਦੇ, ਸਾਗਰ ਦੇ, ਭਾਵ ਕਿ ਸਾਗਰ ਬਣਿਆ ਪਿਆ ਸਾਡੇ ਅੰਦਰ। ਇੱਕ ਲਹਿਰ ਕਾਮ ਦੀ ਵਾਸ਼ਨਾ ਇੱਕ ਵਾਰ ਸਵੇਰੇ ਉੱਠਦਿਆਂ ਕਿਸੇ ਜੀਵ ਨੂੰ ਆ ਜੇ ਨਾ, ਸਾਰਾ ਦਿਨ ਉਹ ਲਹਿਰਾਂ ਵਿੱਚ ਮਨ ਭੱਜਾ ਰਹਿੰਦਾ, ਡੁੱਬਦਾ ਹੀ ਰਹਿੰਦਾ ਕਾਮ ਦੀ ਵਾਸ਼ਨਾ 'ਚ। ਜੇ ਕ੍ਰੋਧ ਦੀ ਆ, ਨਫ਼ਰਤ ਦੀ ਆ, ਸਾਰਾ ਦਿਨ ਹੀ ਉਹਨਾਂ ਵਾਸ਼ਨਾ 'ਚ ਮਨ। ਤੇ ਮਹਾਰਾਜ ਕਹਿੰਦੇ ਜਦੋਂ ਐਸੇ ਸਾਧੂ ਦੀ, ਐਸੇ ਗੁਰਮੁਖ ਦੀ ਆਪਾਂ ਸੰਗਤ ਕਰਾਂਗੇ, ਉਹ ਸਾਨੂੰ ਇਹੋ ਜਿਹੇ ਸਮੁੰਦਰ ਜਿਹੜਾ ਮਨ ਦੇ ਵਾਸਤੇ ਡੁੱਬਣ ਵਾਸਤੇ ਜਿਹੜਾ ਅੰਦਰ ਪੰਜਾਂ ਨੇ ਵਿਚਾਰਾਂ ਦਾ, ਲਹਿਰਾਂ ਦਾ ਸਮੁੰਦਰ ਖੜਾ ਕੀਤਾ, ਉਹ ਤੋਂ ਪਾਰ ਉਤਰ ਸਕਦਾ। ਮਹਾਰਾਜ ਕਹਿੰਦੇ ਗੁਰਮੁਖ ਸਾਧੂ ਸ਼ਰਨ ਤੁਮਾਰੀ, ਕਰ ਕਿਰਪਾ ਪ੍ਰਭ ਪਾਰ ਉਤਾਰੀ, ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਕਹਿੰਦੇ ਇੰਨਾ ਡੂੰਘਾ ਸਮੁੰਦਰ ਆ। ਹੁਣ ਆਪਾਂ ਵੀ ਤੇ ਦੇਖਦੇ ਆ, ਸਾਡਾ ਮਨ ਸਾਰਾ ਦਿਨ ਇਹਨਾਂ ਲਹਿਰਾਂ ਦੇ ਵਿੱਚ ਡੁੱਬਦਾ ਰਹਿੰਦਾ ਆ, ਤੇ ਪਾਰ ਕਿੰਨੇ ਕਰਨਾ ਸੀ? ਉਹ ਸਤਿਗੁਰੂ ਸਮਝਾਉਂਦੇ ਕਿ ਇਹਦੇ ਮਨ ਦੇ ਪਾਰ ਕਰਨ ਵਾਸਤੇ ਇੱਕੋ ਹੀ ਬੇੜਾ ਆ। ਉਹ ਕਿਹੜਾ ਆ? ਉਹ ਬੇੜਾ ਹੈ ਵਾਹਿਗੁਰੂ ਗੁਰਮੰਤਰ ਦਾ, ਨਾਮ ਦਾ। ਆਪਾਂ ਪੜ੍ਹਦੇ ਤੇ ਹੈ ਸਾਰੇ ਜਾਣੇ, ਪਰ ਆਪਾਂ ਅਮਲ ਨਹੀਂ ਕਰਦੇ। ਤਾਈਂ ਤੇ ਕਿਹਾ ਨਾ, ਆਪਾਂ ਬਾਣੀ ਵੀ ਪੜ੍ਹਦੇ, ਅਮਲ ਨਹੀਂ ਕਰਦੇ, ਅਰਦਾਸ ਵੀ ਕਰਦੇ, ਅਮਲ ਨਹੀਂ ਕਰਦੇ। ਆਪਾਂ ਪੜ੍ਹਦੇ ਆ ਨਾ, ਅਰਦਾਸ ਕਰਦੇ ਆ, ਬਾਣੀ ਪੜ੍ਹਦੇ ਜਦੋਂ, ਤੇ ਉੱਥੇ ਕੀ ਕਹਿੰਦੇ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ। ਹੁਣ ਕਈ ਤੇ ਜਾਂਦੇ ਆ ਤੇ ਸੱਚਮੁੱਚ ਹੀ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਕਦੀ ਆਪਾਂ ਉਸ ਜਹਾਜ਼ ਤੇ ਚੜ੍ਹਦੇ ਆ? ਕਈ ਜਾਂਦੇ ਆ। ਜਹਾਜ਼ ਕਿਹਾ ਅਸੀਂ ਇੰਡੀਆ ਨਹੀਂ ਪਹੁੰਚ ਜਾਣਾ, ਜਹਾਜ਼ ਦੇ ਵਿੱਚ ਬਹਿਣਾ ਪਊਗਾ ਤਾਂ ਜਹਾਜ਼ ਜਾ ਕੇ ਲੈ ਕੇ ਜਾਊ ਸਾਨੂੰ ਉੱਥੇ।
ਸੋ ਇਸ ਕਰਕੇ ਸਿਰਫ ਕਿਆਂ ਆਪਾਂ ਉਸ ਬੇੜੇ ਤੇ ਚੜ੍ਹ ਨਹੀਂ ਸਕਦੇ, ਉਹਨੂੰ ਧਿਆਉਣਾ ਪੈਣਾ ਵਾ, ਉਹਨੂੰ ਆਪਣੇ ਹਿਰਦੇ 'ਚ ਵਸਾਉਣਾ ਪੈਣਾ, ਤਾਂ ਇਸ ਵਾਹਿਗੁਰੂ ਨਾਮ ਦੇ ਜਹਾਜ਼ ਦੇ ਉੱਪਰ ਸਾਡੀ ਸੁਰਤ ਬੈਠ ਕੇ ਇਹਨਾਂ ਭਵ ਸਾਗਰ ਨੂੰ, ਜਿਹੜਾ ਪੰਜਾਂ ਨੇ ਲਹਿਰਾਂ ਦਾ ਭਵ ਸਾਗਰ, ਤ੍ਰੈ ਗੁਣਾ ਦਾ ਮਾਇਆ ਦਾ ਬਣਾਇਆ ਹੋਇਆ, ਉਹਨੂੰ ਪਾਰ ਕਰ ਸਕਦਾ ਆ। ਸਤਿਗੁਰੂ ਤਾਂ ਹੀ ਸਮਝਾਉਂਦੇ ਆ। ਮਹਾਰਾਜ ਕਹਿੰਦੇ ਜਿਹੜੇ ਉਹਨੂੰ ਧਿਆਉਂਦੇ ਨਹੀਂ ਉਹ ਕੌਣ ਹੁੰਦੇ ਆ? ਕਹਿੰਦੇ ਉਹ ਅੰਨੇ ਆ ਤੇ ਮਨਮੁਖ ਆ। ਉਹਨਾਂ ਨੂੰ ਬਾਣੀ ਪੜ੍ਹ ਕੇ, ਉਹਨਾਂ ਨੂੰ ਸੰਗਤ ਵਿੱਚ ਆ ਕੇ ਵੀ ਕਈ ਜੀਵਾਂ ਨੂੰ ਸੋਝੀ ਨਹੀਂ ਮਿਲਦੀ। ਮਹਾਰਾਜ ਕਹਿੰਦੇ ਮਨਮੁਖ ਅੰਧਲੇ ਸੋਝੀ ਨਾਹੀਂ। ਕਹਿੰਦੇ ਮਨਮੁਖ ਜੀਵ ਆ ਜਿਹੜੇ ਸੰਗਤ ਵਿੱਚ ਹੀ ਨਹੀਂ ਆਉਂਦੇ, ਜਿਹੜੇ ਸੋਝੀ ਲੈਂਦੇ ਨਹੀਂ, ਉਹ ਅੰਨੇ ਹੋ ਚੁੱਕੇ। ਮਨਮੁਖ ਅੰਧਲੇ ਸੋਝੀ ਨਾਹੀਂ। ਤੇ ਕੀ ਕਹਿੰਦੇ ਆ? ਕਹਿੰਦੇ ਆਵੇ ਜਾਹੇ ਮਰੇ ਮਰ ਜਾਹੀ। ਕਹਿੰਦੇ ਫਿਰ ਯਾਦ ਰੱਖਿਓ, ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਜੰਮਦੇ ਰਹਿਣਗੇ, ਮਰਦੇ ਰਹਿਣਗੇ। ਮਤ ਕੋਈ ਆਪਣੇ ਅੰਦਰ ਇਹ ਹਉਮੈ ਹੰਕਾਰ ਪੈਦਾ ਕਰੇ ਕਿ ਮੈਂ ਇੰਨੀਆਂ ਬਾਣੀਆਂ ਦਾ ਰਟਨ ਕਰ ਲਿਆ, ਮੈਂ ਤੇ ਇੰਨੀ ਪੂਜਾ ਕਰਦਾ, ਮੈਂ ਤੇ ਇੰਨੀ ਸੇਵਾ ਕਰਦਾ, ਮੈਂ ਪਾਰ ਉਤਰ ਜੂੰਗਾ। ਜੋ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ, ਜੇ ਉਪਦੇਸ਼ ਨੂੰ ਪੜ੍ਹਿਆ ਲੇਕਿਨ ਕਮਾਇਆ ਨਹੀਂ, ਤੇ ਮਹਾਰਾਜ ਕਹਿੰਦੇ ਆ ਆਵੇ ਜਾਹੇ ਮਰੇ ਮਰ ਜਾਹੀ। ਆਉਂਦਾ ਰੂ, ਜਾਂਦਾ ਰੂ, ਜੰਮਦਾ ਰੂ ਤੇ ਮਰਦਾ ਰਹੂਗਾ ਸੰਸਾਰ ਵਿੱਚ। ਕਿਉਂ? ਕਿਉਂਕਿ ਪੂਰਬ ਲਿਖਿਆ ਲੇਖ ਨਾ ਮਿਟਈ। ਕਹਿੰਦੇ ਫਿਰ ਇਹਦਾ ਮਤਲਬ ਇਹ ਪੂਰਬਲਾ ਜਿਹੜਾ ਲਿਖਿਆ ਹੁੰਦਾ ਨਾ, ਉਹ ਮਿਟ ਨਹੀਂ ਸਕਦਾ ਲੇਖ ਜਿਹੜਾ ਆ। ਪੂਰਬ ਲਿਖਿਆ ਲੇਖ ਨਾ ਮਿਟਈ, ਜਮਦਰ ਅੰਧ ਖੁਆਰਾ ਹੀ। ਕਹਿੰਦੇ ਐਸ ਅੰਨੇ ਨੂੰ ਉਹ ਜਮਾ ਨੇ ਖੁਆਰ ਕਰਨਾ। ਕਿੱਥੇ ਖੁਆਰ ਕਰਨਾ? ਮਹਾਰਾਜ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੀ। ਹਰੀ ਨੂੰ ਭੁੱਲ ਜਾਓਗੇ ਤੇ ਖੁਆਰ ਹੋਗੇ। ਹਰੀ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਜਾਓਗੇ, ਖੁਆਰ ਹੋਗੇ। ਤੇ ਸਤਿਗੁਰ ਕਹਿੰਦੇ ਜਿਹਨੂੰ ਤੇਰਾ ਆਸਰਾ ਮਿਲ ਜਾਵੇ ਉਹਨੂੰ ਕੋਈ ਧੋਖਾ ਨਹੀਂ ਦੇ ਸਕਦਾ। ਧੋਖਾ ਮਤਲਬ ਦੁਨੀਆ ਦੀ ਨਹੀਂ ਗੱਲ ਕੀਤੀ, ਇੱਥੇ ਜਮਾਂ ਦੀ ਗੱਲ ਕੀਤੀ ਆ। ਇੱਥੇ ਪੰਜਾਂ ਜਾਣਿਆਂ ਦੀ ਗੱਲ ਕੀਤੀ ਵੀ ਤੁਹਾਨੂੰ ਧੋਖੇ 'ਚ ਨਹੀਂ ਤੁਹਾਡੇ ਮਨ ਨੂੰ ਰੱਖ ਸਕਦੇ। ਮਾਰੇ ਕਹਿੰਦੇ ਹਰ ਬਿਸਰਤ, ਹਰੀ ਨੂੰ ਵਿਸਾਰਤਾ, ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਐ ਵਾਹਿਗੁਰੂ ਜਿਹਨੂੰ ਤੇਰੀ ਓਟ ਆ, ਜਿਹਨੂੰ ਤੇਰਾ ਆਸਰਾ, ਉਹਨੂੰ ਇਹ ਪੰਜ ਜਾਣੇ ਠੱਗ ਨਹੀਂ ਸਕਦੇ। ਸਾਡੇ ਵਰਗਿਆਂ ਨੂੰ ਤੇ ਠੱਗੀ ਜਾਂਦੇ ਆ, ਸਾਡੇ ਸਵਾਸਾਂ ਨੂੰ ਲੁੱਟੀ ਜਾ ਰਹੇ ਆ, ਅੰਦਰੋਂ ਸਾਡਾ ਅੰਮ੍ਰਿਤ ਲੁੱਟੀ ਜਾ ਰਹੇ ਆ। ਇੰਨਾ ਕੀਮਤੀ ਦਿਨ ਤੇ ਰਾਤ ਸਾਡਾ ਜਨਮ ਜਿਹੜਾ ਇੱਦਾਂ ਹੀ ਗਵਾਈ ਜਾ ਰਹੇ ਆ, ਅਸੀਂ ਹਾਰ ਜਾ ਰਹੇ ਆ। ਤਾਂ ਹੀ ਮਾਰੇ ਕਹਿੰਦੇ ਆ, ਸਤਿਗੁਰੂ ਸਮਝਾਉਂਦੇ ਆ ਗੁਰਬਾਣੀ ਵਿੱਚ, ਕਹਿੰਦੇ ਵੀ ਇਹੋ ਜਿਹੇ ਜੀਵ ਜਿਹੜੇ ਆ ਜੰਮਦੇ ਤੇ ਮਰਦੇ ਰਹਿਣਗੇ, ਤੇ ਪੂਰਬ ਲਿਖਿਆ ਜਿਹੜਾ ਨਾ ਉਹ ਮਿਟ ਨਹੀਂ ਸਕਦਾ। ਪੂਰਬ ਲਿਖਿਆ ਲੇਖ ਨਾ ਮਿਟੀ, ਜਮਦਰ ਅੰਧ ਖੁਆਰਾਏ। ਹੁਣ ਮਹਾਰਾਜ ਕਹਿੰਦੇ ਇੱਕ ਆਵੇ ਜਾਵੇ ਘਰ ਵਾਸ ਨਾ ਪਾਵੇ। ਸੰਸਾਰ ਵਿੱਚ ਇੱਕ ਆ ਰਿਹਾ, ਇੱਕ ਜਾ ਰਿਹਾ, ਇੱਕ ਜੰਮ ਰਿਹਾ, ਇੱਕ ਮਰ ਰਿਹਾ, ਪਰ ਆਪਣੇ ਘਰ ਦਾ ਗਿਆਨ ਹੀ ਨਹੀਂ, ਆਪਣੇ ਘਰ ਵਿੱਚ ਵਾਸ ਪਾਈ ਨਹੀਂ, ਵਾਸ ਹੀ ਨਹੀਂ ਰਿਹਾ ਆਪਣੇ ਘਰ। ਵਸਾਂਗੇ ਤੇ ਤਾਂ ਹੀ ਜੇ ਸਾਨੂੰ ਆਪਣੇ ਘਰ ਦਾ ਗਿਆਨ ਹੋਊਗਾ। ਇੱਕ ਕਮਲੇ ਲੋਕ ਹੁੰਦੇ ਨੇ ਜਿਹੜੇ ਤੁਰੇ ਫਿਰਦੇ ਨੇ ਦੁਨੀਆ ਵਿੱਚ, ਸੰਸਾਰ ਵਿੱਚ, ਉਹਨਾਂ ਦੀ ਮਿਸਾਲ ਗੁਰਮੁਖਾਂ ਨੇ ਬੜੀ ਵਧੀਆ ਸਮਝਾਈ। ਹੁਣ ਨਾਮ ਤੋਂ ਬਗੈਰ ਜੀਵ ਕਮਲੇ ਤਾਂ, ਕਮਲਾ ਕੀ ਕਰਦਾ ਆ? ਉਹ ਸਾਰਿਆਂ ਨੂੰ ਕਮਲੇ ਸਮਝਦਾ ਵਾ ਵੀ ਇਹ ਕਮਲੇ ਆ, ਤੇ ਜੋ ਰੋੜਾ ਆਉਂਦਾ ਉਹ ਸਿਰ 'ਚ ਮਾਰ ਦਿੰਦਾ। ਵੱਟਾ ਸੋਟੀ ਕੋਈ ਵੀ ਚੀਜ਼ ਆਉਂਦੀ ਆ ਉਹ ਦੂਸਰੇ ਦੇ ਸਿਰ ਵਿੱਚ ਮਾਰ ਦਿੰਦਾ। ਇਸੇ ਤਰ੍ਹਾਂ ਸਾਡਾ ਮਨ ਨਾਮ ਤੋਂ ਬਿਨਾਂ ਕਮਲਾ ਹੋ ਗਿਆ, ਦੁਨੀਆ ਨਾਲ ਝਗੜਾ ਕਰੀ ਜਾ ਰਿਹਾ, ਦੂਜਿਆਂ ਨੂੰ ਕਮਲਾ ਸਮਝੀ ਬੈਠਾ ਸਾਡਾ ਮਨ। ਤਾਈਓ ਮਹਾਰਾਜ ਕਹਿੰਦੇ ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਤੇ ਮਹਾਰਾਜ ਕੀ ਸਮਝਾਉਂਦੇ ਆ? ਕਹਿੰਦੇ ਇੱਕ ਕਮਲਾ ਆ, ਉਹ ਕੀ ਕਰਦਾ ਆ? ਤੁਰਿਆ ਜਾਂਦਾ ਰਸਤੇ 'ਚ, ਜੇ ਕੋਈ ਟਾਕੀ ਮਿਲਦੀ ਉਹਨੂੰ ਫੜ ਲੈਂਦਾ, ਲਿਫਾਫਾ ਮਿਲਦਾ ਉਹਨੂੰ ਫੜ ਲੈਂਦਾ, ਕੋਈ ਕੱਪੜਾ ਕੋਈ ਚੀਜ਼ ਮਿਲਦੀ ਉਹਨੂੰ ਇਕੱਠਾ ਕਰਕੇ ਇੱਕ ਪੋਟਲੀ ਬਣਾ ਲੈਂਦਾ ਆ। ਪੋਟਲੀ ਗੰਢ ਜੀ ਬਣਾ ਕੇ ਜਦੋਂ ਫੁੱਟਪਾਥ ਤੇ ਸੌਂਦਾ ਤੇ ਆਪਣੇ ਸਿਰ ਦੇ ਥੱਲੇ ਰੱਖਦਾ। ਕਿਉਂ? ਕਿਉਂਕਿ ਉਹ ਸਮਝਦਾ ਵੀ ਇਹ ਮੇਰੀ ਜਾਇਦਾਦ ਆ, ਇਹਦੇ ਵਿੱਚ ਮੇਰਾ ਖਜ਼ਾਨਾ ਆ। ਸਮਝਾਇਆ ਤੇ ਸਾਡੇ ਮਨ ਨੂੰ ਭਈ ਜੋ ਸੰਸਾਰ ਤੁਸੀਂ ਸਾਰਾ ਕੁਝ ਇਕੱਠਾ ਕਰੀ ਬੈਠੇ ਹੋ ਨਾ, ਇਹਦੀ ਜ਼ਰੂਰਤ ਤੇ ਹੈ, ਲੇਕਿਨ ਇਹ ਇਕੱਠਾ ਇੰਨਾ ਕਰੀ ਬੈਠੇ ਕਿ ਮੋਹ ਹੀ ਇਹਦੇ ਨਾਲ ਲਾ ਲਿਆ, ਇਹ ਕੂੜੇ ਦੇ ਵਾਂਗੂ ਆ। ਇਹ ਸਿਰਫ 1 ਸੈਕਿੰਡ ਦੀ ਖੇਡ ਆ। ਇੱਧਰੋਂ ਪੌਣ ਰੋਕ ਦਿੱਤੀ ਮਾਲਕ ਨੇ, ਇਹਨੂੰ ਬਾਹਰ ਕੱਢ ਦਿੱਤਾ ਸਰੀਰ 'ਚੋਂ। ਇਹ ਤੁਹਾਡੇ ਵਾਸਤੇ ਕੂੜਾ, ਇਹਦਾ ਕੋਈ ਫਾਇਦਾ ਨਹੀਂ। ਤੇ ਫਾਇਦਾ ਕਿਹਦਾ? ਮਾਲਕ ਦੇ ਨਾਮ ਦਾ, ਸਿਮਰਨ ਦਾ। ਤਾਈਓ ਮਹਾਰਾਜ ਕਹਿੰਦੇ ਮੂਰਖ ਜੀਵ ਨੇ ਆਈ ਜਾਂਦੇ ਜਾਈ ਜਾਂਦੇ ਸੰਸਾਰ ਵਿੱਚ, ਆਪਣੇ ਘਰ ਤੇ ਜਾ ਹੀ ਨਹੀਂ ਰਿਹਾ ਕੋਈ, ਕਿਉਂਕਿ ਕਮਲਾ ਹੋ ਗਿਆ ਮਨ। ਕਮਲੇ ਨੂੰ ਆਪਣੇ ਘਰ ਦਾ ਗਿਆਨ ਨਹੀਂ ਹੁੰਦਾ। ਕਮਲਾ ਮਨ ਸੰਸਾਰ ਵਿੱਚ ਤੁਰਿਆ ਫਿਰਦਾ, ਆਪਣਾ ਮਨ ਪਾਉਂਦਾ ਹੀ ਨਹੀਂ। ਮਹਾਰਾਜ ਕਹਿੰਦੇ ਇੱਕ ਆਵੇ ਜਾਵੇ ਘਰ ਵਾਸ ਨਾ ਪਾਵੇ,
ਕਿਰਤ ਕੇ ਬਾਧੇ ਪਾਪ ਕਮਾਵੇ। ਹੁਣ ਕਿਰਤ ਵਿੱਚ ਅਸੀਂ ਵੱਜ ਗਏ ਹਾਂ ਕਿ ਹੁਣ ਫਿਰ ਗੱਲ ਉਹ ਆ ਗਈ ਵੀ ਕਿਰਤ ਕਰਨੀ ਤੇ ਜ਼ਰੂਰੀ ਆ, ਇਹ ਨਹੀਂ ਵੀ ਕਿਰਤ ਨਹੀਂ ਕਰਨੀ। ਹੁਣ ਮੰਨ ਲਓ ਕੋਈ ਜੀਵ ਆ ਸਿਰਫ 8 ਘੰਟੇ ਡਿਊਟੀ ਕਰਕੇ ਆਉਂਦਾ, ਤੇ ਕੀ ਉਹ ਤੋਂ ਬਾਅਦ 'ਚ 4-5 ਘੰਟੇ ਜਿਹੜੇ ਬਾਕੀ ਹੁੰਦੇ ਉਹਦੇ ਵਿੱਚ ਕੋਈ 10 ਮਿੰਟ ਬਹਿ ਕੇ ਉਹ ਸਿਮਰਨ ਕਰਦਾ, ਨਾਮ ਜਪਦਾ, ਆਪਣੇ ਪਰਮੇਸ਼ਰ ਦੇ ਨਾਲ ਲਿਵ ਜੋੜਦਾ? ਨਹੀਂ। ਜੇ 12 ਘੰਟੇ ਲਾ ਕੇ ਵੀ ਸ਼ਿਫਟ ਆਉਂਦਾ ਥੱਕਿਆ ਚੂਰ ਤੇ ਸੌਣ ਲੱਗਿਆ ਮੰਜੇ ਤੇ ਲੰਮੇ ਪੈ ਕੇ ਕੀ ਉਹ ਸਿਮਰਨ ਕਰਦਾ? ਨਹੀਂ। ਇੱਕ ਬਹਾਨਾ ਸਾਡਾ ਕਿ ਟਾਈਮ ਹੀ ਨਹੀਂ ਲੱਗਦਾ, ਕੰਮ ਹੀ ਇੰਨਾ ਜ਼ਿਆਦਾ। ਮਹਾਰਾਜ ਨੇ ਕਿਉਂ ਕਹਿੰਦੇ ਤੁਹਾਨੂੰ ਕਿਰਤ ਵਿੱਚ ਮਾਇਆ ਨੇ ਇੰਨਾ ਆਪ ਹੀ ਬੰਨ ਲਿਆ ਕਿ ਤੁਹਾਨੂੰ ਭੁਲਾ ਦਿੱਤਾ ਵੀ ਇਹਨੂੰ ਪਰਮੇਸ਼ਰ ਦੀ ਯਾਦ ਨਾ ਆਵੇ। ਕਿਉਂ? ਕਿਉਂਕਿ ਮਾਇਆ ਜਿਹੜੀ ਆ ਉਹ ਪਰਮਾਤਮਾ ਦੇ ਹੁਕਮ ਵਿੱਚ ਆ ਕਿ ਇਸ ਮਨ ਬੱਚੇ ਨੂੰ ਮੇਰੀ ਯਾਦ ਨਹੀਂ ਆਉਣ ਦੇਣੀ, ਇਸ ਮਨ ਬੱਚੇ ਨੂੰ ਤੂੰ ਜੂਨਾ ਜਨਮਾਂ ਦੇ ਵਿੱਚ ਪਾਉਣਾ ਆ। ਪਰ ਦੂਸਰੇ ਪਾਸੇ ਸਤਿਗੁਰ ਨੇ ਇਹ ਸਾਨੂੰ ਗਿਆਨ ਦਿੰਦੇ ਵੀ ਬੱਚਿਓ ਫਿਕਰ ਨਾ ਕਰਿਓ, ਨਾਰਾਜ਼ ਨਾ ਹੋਇਓ, ਆਓ ਮੇਰੀ ਸ਼ਰਨ ਵਿੱਚ, ਆਓ ਸੱਚੇ ਗੁਰਮੁਖ ਦੀ ਸ਼ਰਨ ਵਿੱਚ, ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ। ਮੈਂ ਤੁਹਾਨੂੰ ਸਤਿਗੁਰ ਕਹਿੰਦੇ ਸਮਝਾਉਣਾ ਆ ਕਿ ਤੁਸੀਂ ਇਹ ਚੋਂ ਨਿਕਲਣਾ ਕਿਵੇਂ। ਹੁਣ ਫਸਣ ਦਾ ਤਰੀਕਾ ਤੇ ਆਪਾਂ ਸਾਰਿਆਂ ਨੂੰ ਆ ਗਿਆ ਕਿ ਕਿਰਤ ਦੇ ਵਿੱਚ ਫਸ ਕੇ ਪਰਮਾਤਮਾ ਨੂੰ ਕਿਵੇਂ ਭੁੱਲਣਾ। ਕਿਉਂਕਿ ਕਿਰਤ ਨੇ ਜੁਰੀਆ ਪਰ ਕੋ ਹਿਰੀਆ, ਪਰ ਦਾ ਮਤਲਬ ਪਤੀ ਪਰਮਾਤਮਾ ਵਾਹਿਗੁਰੂ। ਕਿਰਤ ਨਾਲ ਇੰਨਾ ਜੁੜ ਗਏ ਕਿ ਆਪਣੇ ਅਕਾਲ ਪੁਰਖ ਨੂੰ ਭੁੱਲ ਗਏ। ਕਿਰਤ ਨੇ ਜੁਰੀਆ ਪਰ ਕੋ ਹਿਰੀਆ। ਹੁਣ ਸਤਿਗੁਰ ਇੱਥੇ ਵੀ ਤਾਈਓ ਕਹਿੰਦੇ ਕਿਰਤ ਕੇ ਬਾਧੇ ਪਾਪ ਕਮਾਵੇ। ਤੇ ਮਹਾਰਾਜ ਕਹਿੰਦੇ ਅੰਨਾ ਜੀਵ ਹੋ ਗਿਆ, ਸੋਝੀ ਨਹੀਂ ਲੈ ਰਿਹਾ, ਬੋਝੀ ਨਹੀਂ ਰਿਹਾ, ਤੇ ਲੋਭ ਦੇ ਵਿੱਚ, ਲੋਭ ਬੁਰਾ ਆ, ਇਹਦੇ ਵਿੱਚ ਹੰਕਾਰੀ ਹੋਇਆ ਤੁਰਿਆ ਫਿਰਦਾ। ਕਿਉਂਕਿ ਲੋਭ ਵੱਧ ਤੋਂ ਵੱਧ ਕਮਾ ਲਈਏ, ਇਕੱਠਾ ਕਰ ਲਈਏ, ਲੋਭ ਆ, ਉਹ ਲੋਭ ਹੀ ਮੁੜ ਕੇ ਸਾਡਾ ਹੰਕਾਰ ਬਣ ਜਾਂਦਾ। ਸਤਿਗੁਰ ਕਹਿੰਦੇ ਆ ਅੰਧਲੇ ਸੋਝੀ ਬੂਝ ਨਾ ਕਾਈ। ਕਹਿੰਦੇ ਕੁਛ ਨਹੀਂ ਸਮਝ ਲੱਗ ਰਹੀ ਇਸ ਅੰਨੇ ਨੂੰ, ਅੰਧਲੇ ਸੋਝੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰਾ ਹੈ। ਹੁਣ ਲੋਭ ਹੰਕਾਰ ਕਿਵੇਂ ਬਣਦਾ? ਲੋਭ ਹੰਕਾਰ ਐਵੇਂ ਬਣਦਾ ਕਿ ਮੇਰੇ ਕੋਲ ਕੋਈ 5000 2000 ਵਾਲੀ ਗੱਡੀ ਆ, ਮੈਨੂੰ ਲੋਭ ਆ ਵੀ ਪੈਸੇ ਇਕੱਠੇ ਕਰੀ ਜਾਵਾਂ, ਫਿਰ ਦੇਖਿਆ ਮੇਰੇ ਕੋਲ ਤੇ ਪੈਸੇ ਬਹੁਤ ਹੋ ਗਏ ਆ, ਕਿਉਂ ਨਾ ਮੈਂ ਇਸ ਤੋਂ 10,000 50,000 ਡਾਲਰ ਲੱਖ ਡਾਲਰ ਵਾਲੀ ਲੈ ਕੇ ਆਵਾਂ। ਜਦੋਂ ਲੱਖ ਜਾਂ 50,000 ਡਾਲਰ ਵਾਲੀ ਗੱਡੀ 'ਚ ਬੈਠੇਗਾ ਤੇ ਅੰਦਰ ਹੰਕਾਰ ਆਉਣਾ ਹੀ ਆਉਣਾ। ਕਿਉਂ ਆਉਣਾ? ਕਿ ਦੇਖੋ ਮੈਂ ਇੰਨੀ ਮਹਿੰਗੀ ਗੱਡੀ 'ਚ ਬੈਠਾ, ਸੜਕ ਤੇ ਤੁਰਿਆ ਜਾਂਦਾ ਵੀ ਹੰਕਾਰ ਕਰੀ ਜਾਂਦਾ, ਜਿਹੜਾ ਇਹਦੀ ਗੱਡੀ ਵੱਲ ਦੇਖਦਾ ਹੰਕਾਰ ਕਰੀ ਜਾਂਦਾ। ਹੰਕਾਰ ਇੰਨਾ ਸੂਖਮ ਆ ਕਿ ਇਹ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਰੀਕ ਤੋਂ ਬਰੀਕ ਹੰਕਾਰ ਸਾਡੇ ਅੰਦਰ ਆਉਂਦਾ। ਤਾਂ ਹੀ ਮਾਰੇ ਕਹਿੰਦੇ ਅੰਧਲੇ ਸੋਝੀ ਬੂਝ ਨਾ ਕਾਈ। ਕਹਿੰਦੇ ਅੰਨਿਆ ਤੈਨੂੰ ਸਮਝ ਨਹੀਂ ਲੱਗ ਰਹੀ, ਤੂੰ ਤਾਂ ਵੀ ਨਹੀਂ ਗਿਆਨ ਲੈ ਰਿਹਾ, ਤੂੰ ਬੋਝੀ ਨਹੀਂ ਰਿਹਾ। ਲੋਭ ਬੁਰਾ ਅਹੰਕਾਰਾ ਹੀ। ਕਹਿੰਦੇ ਲੋਭ ਬੁਰਾ ਆ, ਇਹ ਹੰਕਾਰ ਦਾ ਕਾਰਨ ਬਣਦਾ ਆ। ਦੇਖੋ ਇਸ ਤੋਂ ਜ਼ਿਆਦਾ ਸਤਿਗੁਰੂ ਕੀ ਕਿਰਪਾ ਕਰਨ ਵੀ ਸਾਨੂੰ ਇੰਨੀ ਬਰੀਕੀ ਦੇ ਨਾਲ ਇਹ ਮਾਰਗ ਸਮਝਾ ਰਿਹਾ, ਕਿੰਨੀ ਕਿਰਪਾ ਕਰ ਰਿਹਾ। ਸੋ ਇਸ ਤੋਂ ਜ਼ਿਆਦਾ ਬਰੀਕੀ ਦਾ ਮਾਰਗ ਸਮਝਾਇਆ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਜਿਹੜੇ ਗੁਰਮੁਖ ਇਹ ਗੁਰਬਾਣੀ ਦੀ ਖੋਜ ਕਰਕੇ, ਕੇਵਲ ਖੋਜ ਨਹੀਂ ਪ੍ਰੈਕਟੀਕਲ ਕਰਵਾ ਕੇ ਇਸ ਗੁਰਬਾਣੀ ਦਾ ਜੋ ਮਾਰਗ ਹੈ ਘਰ ਘਰ ਦੇ ਵਿੱਚ ਪਹੁੰਚਾ ਰਹੇ ਨੇ ਵੀ ਕਿਸੇ ਘਰ ਦੇ ਵਿੱਚ ਕੋਈ ਕਲੇਸ਼ ਝਗੜਾ ਨਾ ਰਹਿ ਜੇ, ਸਾਰੇ ਸੰਸਾਰ ਵਿੱਚ ਸੁੱਖ ਤੇ ਸ਼ਾਂਤੀ ਆਵੇ। ਐਸੇ ਗੁਰਮੁਖਾਂ ਦਾ ਉਪਰਾਲਾ ਆ। ਸੋ ਉਹੀ ਉਪਰਾਲਾ ਜਿਹੜਾ ਉਹਨਾਂ ਨੇ ਸਾਨੂੰ ਸੰਦੇਸ਼ ਸਮਝਾਇਆ, ਆਪਾਂ ਆਪ ਜੀ ਦੇ ਨਾਲ ਸਾਰੇ ਗੁਰਮੁਖ ਸਾਂਝਾ ਕਰ ਰਹੇ। ਇਹ ਦਾਸ ਦਾ ਕੋਈ ਆਪਣਾ ਕਮਾਇਆ ਹੋਇਆ ਇਹ ਸਾਰਾ ਕੁਝ ਨਹੀਂ, ਇਹ ਗੁਰਮੁਖਾਂ ਦੀ ਬਦੌਲਤ ਆ। ਉਹਨਾਂ ਦਾ ਸੰਗ ਹੋਇਆ, ਉਹਨਾਂ ਦੀ ਸੰਗਤ ਕਰਦੇ ਹੋਏ, ਸਿਮਰਨ ਕਰਦੇ ਹੋਏ, ਅਭਿਆਸ ਕਰਦੇ ਹੋਏ ਉਹਨਾਂ ਨੇ ਕਿਰਪਾ ਕੀਤੀ ਤੇ ਇਹ ਸੋਝੀ ਆਈ। ਸਤਿਗੁਰ ਅੱਗੇ ਸਮਝਾਉਂਦੇ ਕਹਿੰਦੇ ਅੰਧਲੇ ਸੋਝੀ ਬੂਝ ਨਾ ਕਾਈ, ਲੋਭ ਬੁਰਾ ਹੰਕਾਰਾ ਹੈ। ਹੁਣ ਮਾਰੇ ਕੀ ਸਮਝਾਉਂਦੇ ਆ? ਮਾਰੇ ਕਹਿੰਦੇ ਪਿਰ ਬਿਨ ਕਿਆ ਤਿਸ ਧਨ ਸਿੰਗਾਰਾ। ਪਿਰ ਪਤੀ ਤੋਂ ਬਗੈਰ, ਕਹਿੰਦੇ ਕੁਆਰੀ ਇਸਤਰੀ, ਕੁਆਰੀ ਲੜਕੀ, ਮਾਫ ਕਰਨਾ, ਕੁਆਰੀ ਲੜਕੀ ਜੇ ਸ਼ਿੰਗਾਰ ਕਰ ਲੇ ਉਹਦੇ ਸ਼ਿੰਗਾਰ ਦਾ ਕੋਈ ਫਾਇਦਾ ਨਹੀਂ। ਕਿਉਂ? ਕਿਉਂਕਿ ਉਹਦਾ ਪਤੀ ਨਹੀਂ। ਜਦੋਂ ਔਰਤ ਸ਼ਿੰਗਾਰ ਕਰਦੀ ਇਸ ਕਰਕੇ ਕਰਦੀ ਵੀ ਮੇਰਾ ਪਤੀ ਦੇਖੂ ਮੇਰੀ ਤਾਰੀਫ ਕਰੂਗਾ, ਉਹ ਇਸ ਕਰਕੇ ਸ਼ਿੰਗਾਰ ਕਰਦੀ ਆ। ਤੇ ਮਾਰੇ ਕਹਿੰਦੇ ਪਿਰ ਬਿਨ ਕਿਆ ਤਿਸ ਧਨ ਸਿੰਗਾਰਾ। ਕਹਿੰਦੇ ਇਸ ਸਰੀਰ ਨੂੰ ਪਤੀ ਤੋਂ ਬਗੈਰ ਸ਼ਿੰਗਾਰ ਲਾਉਣ ਦਾ ਫਾਇਦਾ ਹੀ ਕੀ। ਇੱਥੇ ਸਮਝਾਇਆ ਤੇ ਮਨ ਨੂੰ ਕਿ ਮਨ ਨੂੰ ਤੁਸੀਂ ਸ਼ਿੰਗਾਰ ਤੇ ਲਾ ਲਿਆ ਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਪਤੀ ਤੁਹਾਡੇ ਅੰਦਰ ਪਰਮਾਤਮਾ ਤੇ ਵਸਿਆ ਨਹੀਂ, ਗੁਰਮੰਤਰ ਵਾਹਿਗੁਰੂ ਨਾਮ ਤੇ ਵਸਿਆ ਨਹੀਂ, ਇਹਦਾ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਪਿਰ ਬਿਨ ਕਿਆ ਤਿਸ ਧਨ ਸਿੰਗਾਰਾ,
ਪਰ ਪਿਰ ਰਾਤੀ ਖਸਮ ਵਿਸਾਰਾ। ਪਰ ਪਿਰ, ਪਰ ਦਾ ਮਤਲਬ ਬਗਾਨਾ। ਹੁਣ ਮਹਾਰਾਜ ਕਹਿੰਦੇ ਜਿਵੇਂ ਕਿਸੇ ਔਰਤ ਨੇ ਵਿਆਹ ਕਰਾ ਕੇ ਕਿਸੇ ਬਗਾਨੇ ਪਤੀ ਨੂੰ ਆਪਣੇ ਮਨ 'ਚ ਵਸਾਇਆ ਹੋਵੇ, ਉਹਦੇ ਨਾਲ ਦਿਨ ਰਾਤ ਜਾਂਦੀ ਹੋਵੇ ਤੇ ਆਪਣੇ ਅਸਲੀ ਪਤੀ ਨੂੰ ਭੁੱਲ ਹੀ ਜਾਵੇ। ਇਹ ਸਾਡੇ ਮਨ ਦੀ ਹਾਲਤ ਦੱਸੀ ਆ ਕਿ ਮਾਇਆ ਨੂੰ ਤੁਸੀਂ ਪਤੀ ਬਣਾ ਲਿਆ, ਸੰਸਾਰ ਕੂੜ ਨੂੰ ਪਤੀ ਬਣਾ ਲਿਆ, ਤੇ ਜਿਹੜਾ ਅਸਲੀ ਤੁਹਾਡਾ ਖਸਮ ਆ, ਨਿਰੰਕਾਰ ਵਾਹਿਗੁਰੂ ਪਿਤਾ ਆ, ਉਹਨੂੰ ਤੁਸੀਂ ਭੁੱਲ ਗਏ ਹੋ। ਮਹਾਰਾਜ ਕਹਿੰਦੇ ਪਰ ਪਿਰ, ਪਰ ਦਾ ਮਤਲਬ ਪਰ ਬਗਾਨਾ, ਪਿਰ ਦਾ ਮਤਲਬ ਪਤੀ। ਪਰ ਪਿਰ ਰਾਤੀ, ਕਹਿੰਦੇ ਰੱਤੀ ਗਈ ਸਾਡੀ ਸੁਰਤ ਇਹ ਬਗਾਨੀ ਮੋਹ ਮਾਇਆ ਦੇ ਵਿੱਚ। ਪਰ ਪਿਰ ਰਾਤੀ ਖਸਮ ਵਿਸਾਰਾ, ਖਸਮ ਨੂੰ ਵਿਸਰ ਗਏ ਅਸੀਂ ਭੁੱਲ ਗਏ ਸਾਨੂੰ ਦੁਨੀਆ 'ਚ ਭੇਜਣ ਵਾਲਾ ਕੌਣ, ਇਹ ਸਵਾਸ ਸਾਨੂੰ ਕੌਣ ਦੇ ਰਿਹਾ, ਸਵਾਸਾਂ ਦੀਆਂ ਬੁਰਕੀਆਂ ਸਾਡੇ ਮੂੰਹ 'ਚ ਕੌਣ ਪਾ ਰਿਹਾ। ਆਪੇ ਕਰਤਾ ਕਰ ਕਰ ਵੇਖੇ, ਦਿਨ ਦਾ ਸਾਸ ਗਿਰਾਹਾ ਹੈ। ਸਵਾਸਾਂ ਦੀਆਂ ਗਰਾਈਆਂ, ਸਵਾਸਾਂ ਦੀਆਂ ਬੁਰਕੀਆਂ ਅਕਾਲ ਪੁਰਖ ਸਾਡੇ ਮੂੰਹ 'ਚ ਪਾ ਰਿਹਾ, ਪਰ ਉਹਦੀ ਕਦੀ ਯਾਦ ਨਹੀਂ ਆਉਂਦੀ ਸਾਨੂੰ। ਮਾਰੇ ਕਹਿੰਦੇ ਆ ਜਿਉ ਬੇਸੁਆ ਪੂਤ ਬਾਪ ਕੋ ਕਹੀਐ, ਤਿਉ ਫੋਕਟ ਕਾਰ ਵਿਕਾਰਾ ਹੈ। ਇਹ ਸਤਿਗੁਰ ਕਹਿ ਰਿਹਾ, ਗੁੱਸਾ ਨਾ ਕਰ ਜਿਓ ਕੋਈ। ਕਹਿੰਦੇ ਜਿਸ ਮਨ ਦੇ ਅੰਦਰ ਨਾਮ ਨਹੀਂ ਵਸਿਆ, ਜਿਸ ਮਨ ਦੇ ਅੰਦਰ ਪਤੀ ਪਰਮਾਤਮਾ ਵਸਿਆ ਨਹੀਂ, ਉਹ ਇਦਾਂ ਦਾ ਮਾਨਿਆ ਜਿਵੇਂ ਵੇਸ਼ਵਾ ਜਿਹਦਾ ਕੋਈ ਪਤੀ ਨਹੀਂ, ਵੇਸ਼ਵਾ ਖਾਨੇ 'ਚ ਵੰਨ ਸਵੰਨੇ ਮਰਦ ਆਉਂਦੇ ਤੇ ਉਹਦੇ ਘਰ ਬੱਚਾ ਪੈਦਾ ਹੋ ਜਾਵੇ, ਉਹਦੇ ਪਤੀ ਦਾ, ਉਹਦੇ ਪਿਓ ਦਾ ਪਤਾ ਹੀ ਨਾ ਹੋਵੇ ਵੀ ਇਹਦੇ ਬੱਚੇ ਦਾ ਪਿਓ ਕੌਣ ਆ। ਇਹ ਸਾਨੂੰ ਕਹਿ ਰਹੇ ਸਤਿਗੁਰ, ਸਾਡੇ ਮਨ ਨੂੰ ਕਹਿ ਰਹੇ ਆ, ਜਿਹੜੇ ਅਕਾਲ ਪੁਰਖ ਦੀ ਬੰਦਗੀ ਸਿਮਰਨ ਨਹੀਂ ਕਰਦੇ, ਜਿਹੜੇ ਅਕਾਲ ਪੁਰਖ ਨੂੰ ਮਨ ਵਿੱਚ ਵਸਾਇਆ ਨਹੀਂ ਜਿਸ ਜੀਵਾ ਨੇ। ਕਹਿੰਦੇ ਜਿਉ ਬੇਸੁਆ ਪੂਤ ਬਾਪ ਕੋ ਕਹੀਐ, ਕਹਿੰਦੇ ਜਿਵੇਂ ਵੇਸ਼ਵਾ ਦੇ ਬੱਚੇ ਨੂੰ ਕਹਾਂਗੇ ਵੀ ਦੱਸ ਤੇਰਾ ਪਿਓ ਕੌਣ ਆ। ਇੱਥੇ ਅਕਾਲ ਪੁਰਖ ਸਾਨੂੰ ਪੁੱਛਦੇ ਆ ਕਿ ਤੁਹਾਡਾ ਪਿਤਾ ਕੌਣ ਆ। ਤੁਸੀਂ ਤੇ ਦੁਨੀਆ ਦੇ ਪਿਤਾ ਨੂੰ ਆਪਣਾ ਪਿਤਾ ਸਮਝ ਬੈਠੇ, ਤੁਸੀਂ ਤੇ ਮਾਇਆ ਨੂੰ ਆਪਣਾ ਮਾਤਾ ਪਿਤਾ ਸਮਝ ਬੈਠੇ, ਸੰਸਾਰ ਨੂੰ ਆਪਣਾ ਸਮਝ ਬੈਠੇ। ਇਹਦਾ ਮਤਲਬ ਤੁਹਾਡਾ ਕੋਈ ਵੀ ਖਸਮ ਨਹੀਂ। ਕਿਉਂਕਿ ਜਿਵੇਂ ਮੰਨ ਲਓ ਦਾਸ ਆਪਣੀ ਗੱਲ ਕਰਦਾ, ਕਿਉਂਕਿ ਕਈਆਂ ਦਾ ਮਨ ਇਦਾਂ ਦਾ ਹੁੰਦਾ ਗੁੱਸਾ ਕਰ ਜਾਂਦੇ ਆ, ਪਰ ਦਾਸ ਕਦੀ ਵੀ ਗੱਲ ਕਰਨ ਤੋਂ ਝਿਜਕਦਾ ਨਹੀਂ। ਮੈਂ ਆਪਣੀ ਗੱਲ ਕਰਦਾ ਵੀ ਮੇਰੀ ਹਾਲਤ ਵੀ ਇਦਾਂ ਦੀ ਧੋਬੀ ਦੇ ਕੁੱਤੇ ਵਾਲੀ ਆ ਵੀ ਨਾ ਘਰ ਦਾ ਨਾ ਘਾਟ ਦਾ। ਕਿਉਂਕਿ ਇਸ ਘਰ ਨੇ ਤੇ ਸਾਨੂੰ ਰੱਖਣਾ ਹੀ ਨਹੀਂ, ਇਸ ਸਰੀਰ ਨੇ ਤੇ ਸਾਨੂੰ ਰੱਖਣਾ ਹੀ ਨਹੀਂ, ਇਸ ਸੰਸਾਰ ਨੇ ਤੇ ਸਾਨੂੰ ਇੱਥੇ ਰੱਖਣਾ ਹੀ ਨਹੀਂ, ਇਸ ਪਰਿਵਾਰ ਨੇ ਤੇ ਘਰ ਵਿੱਚ ਰੱਖਣਾ ਹੀ ਨਹੀਂ। ਕਿੰਨਾ ਚਿਰ ਰੱਖਣਾ? ਜਿੰਨਾ ਚਿਰ ਸਾਹ ਚੱਲਦੇ ਆ। ਉਸ ਤੋਂ ਬਾਅਦ 'ਚ ਕੌਣ ਆ ਫਿਰ? ਇਸੇ ਕਰਕੇ ਮਾਰੇ ਕਹਿੰਦੇ ਖਸਮ ਦੀ ਪਹਿਚਾਣ ਕਰੋ, ਆਪਣੇ ਪਿਤਾ ਨਿਰੰਕਾਰ ਵਾਹਿਗੁਰੂ ਦੀ ਪਹਿਚਾਣ ਕਰੋ। ਤੇ ਮਾਰੇ ਕਹਿੰਦੇ ਜਿਨਨੇ ਆਪਣੇ ਪਰਮਾਤਮਾ ਪਤੀ ਨੂੰ ਭੁਲਾ ਲਿਆ, ਵਾਹਿਗੁਰੂ ਨੂੰ ਭੁਲਾ ਲਿਆ, ਉਹ ਕੌਣ ਆ? ਕਹਿੰਦੇ ਜਿਵੇਂ ਵੇਸ਼ਵਾ ਦੇ ਘਰ ਪੁੱਤ ਜੰਮਿਆ ਹੋਵੇ ਤੇ ਪਿਓ ਦਾ ਪਤਾ ਨਾ ਲੱਗੇ। ਜਿਉ ਬੇਸੁਆ ਪੂਤ ਬਾਪ ਕੋ ਕਹੀਐ, ਤਿਉ ਫੋਕਟ ਕਾਰ ਵਿਕਾਰਾ ਹੈ। ਹੁਣ ਮਾਰੇ ਕਹਿੰਦੇ ਆ ਕਿ ਸਾਡਾ ਜਿਹੜਾ ਮਨ ਆ ਇਸ ਸਰੀਰ ਦੇ ਪਿੰਜਰ ਵਿੱਚ ਵਸਦਾ, ਸਰੀਰ ਨੂੰ ਪਿੰਜਰਾ ਵੀ ਆਖ ਦਿੱਤਾ। ਮਾਰੇ ਕਹਿੰਦੇ ਇਸ ਪਿੰਜਰੇ ਵਿੱਚ ਵਸਦਾ, ਪਰ ਕੀ ਬਣ ਚੁੱਕਾ ਆ? ਕਹਿੰਦਾ ਦੁੱਖਾਂ ਦੇ ਹਨੇਰੇ ਵਿੱਚ ਇਹ ਪ੍ਰੇਤ ਬਣ ਚੁੱਕਾ। ਆਪਾਂ ਹੁਣੇ ਸਤਿਗੁਰਾਂ ਦੇ ਪਾਵਨ ਬਚਨ ਪੜ੍ਹੇ ਸੀ ਨਾ ਕਿ ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਮਾਰੇ ਕਹਿੰਦੇ ਇਸ ਸਰੀਰ ਰੂਪੀ ਪਿੰਜਰ ਵਿੱਚ ਅਸੀਂ ਪ੍ਰੇਤ ਬਣ ਕੇ ਵਸ ਰਹੇ ਹਾਂ, ਤੇ ਇਸ ਪਿੰਜਰੇ ਦੇ ਵਿੱਚ ਦੁੱਖ ਹੀ ਦੁੱਖ ਆ। ਜਾ ਕੇ ਤੇ ਵੇਖੋ ਅੰਦਰ ਦੁੱਖ ਹੀ ਦੁੱਖ ਆ ਨਾ, ਸਾਰਾ ਦਿਨ ਸਾਨੂੰ ਦੁੱਖ ਚੇਤੇ ਆਈ ਜਾਂਦੇ ਆ। ਮਾਰੇ ਕਹਿੰਦੇ ਪ੍ਰੇਤ ਪਿੰਜਰ ਮਹਿ ਦੁੱਖ ਕਨੇਰੇ, ਨਰਕ ਪਚੇ ਅਗਿਆਨ ਅੰਧੇਰੇ। ਕਹਿੰਦੇ ਗਿਆਨ ਲਿਆ ਨਹੀਂ ਸਤਿਗੁਰੂ ਦੀ ਬਾਣੀ ਤੋਂ, ਗਿਆਨ ਪੜ੍ਹੀ ਜਾਂਦੇ ਆ, ਰੱਟੇ ਲਾਲਾ ਪੜ੍ਹੀ ਜਾਂਦੇ ਆ, ਗਿਆਨ ਕਮਾਇਆ ਨਹੀਂ। ਤੇ ਮਾਰੇ ਕੀ ਕਹਿੰਦੇ? ਕਹਿੰਦੇ ਹਨੇਰੇ ਵਿੱਚ ਜਿਵੇਂ ਜੀਵ ਫਿਰਦਾ ਹੋਵੇ ਨਾ, ਵੀ ਦੀਵਾ ਉਹਦੇ ਹੱਥ 'ਚ ਹੋਵੇ, ਦੀਵਾ ਉਹਨੇ ਬਾਲਿਆ ਨਾ ਹੋਵੇ, ਬੁਝੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਫਿਰੇ, ਉਹਦੇ ਨਾਲ ਦਾ ਮੂਰਖ ਕੋਈ ਨਹੀਂ। ਗੁਰਬਾਣੀ ਸਾਡੇ ਮਨ ਦੇ ਦੀਵੇ ਨੂੰ ਜਗਾ ਰਹੇ ਆ, ਤੇ ਅਸੀਂ ਬਾਹਰ ਬਾਬਿਆਂ ਦੇ ਦੀਵੇ ਜਗਾਈ ਜਾਂਦੇ ਜੀ। ਬਾਬਾ ਦੀਪ ਸਿੰਘ ਦਾ ਜੋਤ ਆ ਦੀਵਾ, ਇਹ ਸ਼ਹੀਦਾਂ ਦਾ ਦੀਵਾ, ਇਹ ਪੀਰਾਂ ਦਾ ਦੀਵਾ, ਇਹ ਮਾਤਾ ਦੀ ਜੋਤ ਆ। ਮਾਰੇ ਕਹਿੰਦੇ ਤੁਹਾਡੇ ਅੰਦਰ ਜਿਹੜੀ ਜੋਤ ਪਰਮਾਤਮਾ ਵਾਹਿਗੁਰੂ ਨਿਰੰਕਾਰ ਦੀ ਆ, ਉਹਨੂੰ ਤੇ ਜਗਾਓ। ਸਤਿਗੁਰ ਕਹਿੰਦੇ ਗੁਰਬਾਣੀ ਗਿਆਨ ਪੜ੍ਹੀ ਜਾਂਦੇ ਪਰ ਕਮਾਉਂਦੇ ਨਹੀਂ। ਤਾਈਓ ਮਾਰੇ ਕਹਿੰਦੇ ਨਰਕ ਪਚੇ ਅਗਿਆਨ ਅੰਧੇਰੇ, ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਨਾਮ ਵਿਸਾਰਾ ਹੈ। ਜੇ ਨਾ ਸਮਝ ਲੱਗੀ ਫਿਰ ਵੀ ਕੋਈ ਫਾਇਦਾ ਨਹੀਂ। ਜੇ ਸਾਡਾ ਪਿਤਾ ਇੰਨੀ ਬਰੀਕੀ ਨਾਲ ਸਾਨੂੰ ਸਮਝਾ ਰਿਹਾ, ਕਹਿੰਦੇ ਧਰਮ ਰਾਏ ਕੀ ਬਾਕੀ ਲੀਜੈ। ਧਰਮ ਰਾਏ ਕੀ ਬਾਕੀ ਕੀ? ਕਹਿੰਦੇ ਧਰਮ ਰਾਏ ਤੁਹਾਡਾ ਇੱਕ ਇੱਕ ਸਵਾਸ ਨਾਲੋਂ ਨਾਲ ਲਿਖੀ ਜਾ ਰਿਹਾ ਵਾ। ਤੇ ਕਿਹਦਾ ਲਿਖ ਰਿਹਾ? ਜਿਨ ਹਰ ਨਾਮ ਵਿਸਾਰਾ ਹੈ। ਕਹਿੰਦੇ ਜਿਹਨੇ ਨਾਮ ਨੂੰ ਭੁੱਲ ਗਿਆ ਨਾ। ਕਿਉਂਕਿ ਮਹਾਰਾਜ ਕਹਿੰਦੇ ਆ
ਧਰਮ ਰਾਏ ਦਰ ਕਾਗਦ ਫਾੜੇ ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਉਹਦਾ ਕਾਗਜ਼ ਫਾੜ ਦਿੰਦਾ, ਉਹਦਾ ਲੇਖਾ ਉਹ ਸਮਝ ਜਾਂਦਾ ਵੀ ਅਕਾਲ ਪੁਰਖ ਦੇ ਨਾਲ ਇਹਦਾ ਲੇਖਾ ਨਹੀਂ ਕੋਈ। ਕਿਹਦਾ? ਜਿਹੜਾ ਵਾਹਿਗੁਰੂ ਸਿਮਰਨ ਕਰਦਾ ਹੋਇਆ ਸੱਚੀ ਸੰਗਤ ਵਿੱਚ ਆ ਕੇ ਗੁਰਮੁਖਾਂ ਦਾ ਸੰਗ ਕਰਕੇ ਅਕਾਲ ਪੁਰਖ ਦੀ ਪ੍ਰਾਪਤੀ ਕਰ ਲੈਂਦਾ, ਉਹਦਾ ਤੇ ਪਰਮਾਤਮਾ ਦਾ ਕੋਈ ਲੇਖਾ ਜੋਖਾ ਨਹੀਂ ਰਹਿੰਦਾ। ਹੁਣ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ, ਕਹਿੰਦੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਨਾਮ ਵਿਸਾਰਾ ਹੀ। ਹੁਣ ਸਤਿਗੁਰ ਕੀ ਕਹਿੰਦੇ ਆ? ਕਹਿੰਦੇ ਸੂਰਜ ਤਪੈ ਅਗਨ ਬਿਖ ਝਾਲਾ ਅਪਤ ਪਸ਼ੂ ਮਨ ਮੁਖ ਬੇਤਾਲਾ। ਕਹਿੰਦੇ ਮਨਮੁਖ ਜੀਵ ਆ ਨਾ, ਜਿਵੇਂ ਉਹ ਪਸ਼ੂ ਦੀ ਨਿਆਈ ਆ, ਤੇ ਜਿਵੇਂ ਸੂਰਜ ਦੀ ਗਰਮੀ ਤਪਸ਼ ਦਿੰਦੀ, ਇਹਦੇ ਅੰਦਰ ਕਾਮ ਕ੍ਰੋਧ ਲੋਭ ਹੰਕਾਰ ਦੇ ਵਿਚਾਰਾਂ ਫੁਰਨਿਆਂ ਦੀ ਅੱਗ ਲੱਗੀ ਹੋਈ ਆ, ਅਗਨ ਲੱਗੀ ਹੋਈ ਆ। ਹੁਣ ਅੰਦਰ ਤੇ ਅੱਗ ਆ, ਅਗਨ ਆ, ਤੇ ਬਾਹਰੋਂ ਆਪਣੇ ਸੁੰਦਰ ਸਰੀਰ ਨੂੰ ਤੇ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ ਦੇਖ ਦੇਖ ਕੇ। ਇਹ ਤਾਂ ਫਿਰ ਇੱਕ ਮਿਸਾਲ ਦੱਸੀ ਗੁਰਬਾਣੀ ਵਿੱਚ ਸਤਿਗੁਰਾਂ। ਕਹਿੰਦੇ ਕਿਸੇ ਨੂੰ ਕੱਖਾਂ ਕਾਨਿਆਂ ਦਾ ਬਹੁਤ ਵਧੀਆ ਘਰ ਬਣਾ ਕੇ ਦਿੱਤਾ ਹੋਵੇ, ਕਿਉਂਕਿ ਪਹਿਲੇ ਸਮਿਆਂ ਵਿੱਚ ਕੱਖਾਂ ਕਾਨਿਆਂ ਦੇ ਘਰ ਬਣਦੇ ਸੀ ਤੀਲਿਆਂ ਦੇ, ਉਹਨੂੰ ਕੁਟੀਆ ਘਰ ਬਣਾ ਕੇ ਦਿੱਤਾ ਹੋਵੇ। ਹੁਣ ਉਹ ਅੰਦਰ ਬੈਠਾ ਆਖੇ ਵੀ ਮੇਰਾ ਕਿੰਨਾ ਸੋਹਣਾ ਘਰ ਆ, ਉਹ ਫੁੱਲਿਆ ਨਾ ਸਮਾਵੇ, ਮੇਰਾ ਘਰ ਬੜਾ ਸੋਹਣਾ, ਤੇ ਬਾਹਰੋਂ ਕੋਈ ਚਲਾਕੀ ਨਾਲ ਉਹਨੂੰ ਅੱਗ ਲਾ ਦੇਵੇ ਤੇ ਉਹ ਹੰਕਾਰ ਵਿੱਚ ਹੀ ਫੁੱਲਿਆ ਨਾ ਸਮਾਵੇ। ਇਹ ਹਾਲਤ ਸਾਡੇ ਅੰਦਰ ਦੀ ਆ ਕਿ ਬਾਹਰੋਂ ਅਸੀਂ ਸਰੀਰ ਦੇ ਹੰਕਾਰ ਨਹੀਂ ਸਮਾਉਂਦੇ, ਆਪਣਾ ਚਾਰ ਸਵੇਰਾ ਵੇਖ ਕੇ, ਵਸਤੂਆਂ ਵੇਖ ਕੇ ਹੰਕਾਰ ਵਿੱਚ ਫੁੱਲੇ ਨਹੀਂ ਸਮਾਉਂਦੇ। ਪਰ ਮਾਰੇ ਕਹਿੰਦੇ ਤੇਰੇ ਅੰਦਰ ਤੇ ਅਗਨ ਲੱਗੀ ਹੋਈ, ਪੰਜਾਂ ਨੇ ਕਾਮ ਕ੍ਰੋਧ ਲੋਭ ਹੰਕਾਰ ਨੇ ਤੇਰੇ ਅੰਦਰ ਅਗਨ ਭਾਂਬੜ ਵਾਲੇ ਹੋਏ ਨੇ। ਕਿਉਂਕਿ ਮਾਰੇ ਕਹਿੰਦੇ ਤ੍ਰਹਿਣ ਕੋ ਮੰਦਰ ਸਾਜ ਸ਼ਿੰਗਾਰਿਓ ਪਾਵਕ ਤਲੇ ਜਰਾਵਤ ਹੈ ਐਸੇ ਗੜ ਮੇ ਹੇਠ ਹਠੀਲੋ ਫੂਲ ਫੂਲ ਕਿਆ ਪਾਵਤ ਹੈ। ਕਹਿੰਦੇ ਤੇਰੇ ਅੰਦਰ ਤੇ ਅਗਨ ਆ, ਕਿਉਂ ਫੁੱਲੀ ਜਾਣਾ, ਕਿਉਂ ਹੰਕਾਰ ਕਰੀ ਜਾਣਾ, ਕਿਹੜੀ ਚੀਜ਼ ਦਾ ਹੰਕਾਰ ਕਰਦਾ ਆ। ਸਤਿਗੁਰ ਅੱਗੇ ਸਮਝਾਉਂਦੇ ਗੁਰਬਾਣੀ ਵਿੱਚ, ਮਹਾਰਾਜ ਕਹਿੰਦੇ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆਰਾ ਹੀ। ਕਹਿੰਦੇ ਮਨ ਵਿੱਚ ਆਸਾ ਹੀ ਰੱਖੀ ਜਾਂਦਾ, ਸਾਰੀ ਉਮਰ ਆਸ ਰੱਖਦਾ, ਪਰ ਜਿਹੜੀ ਚੀਜ਼ ਦੀ ਪ੍ਰਾਪਤੀ ਕਰਨੀ ਸੀ ਉਹਦੀ ਆਸ ਇਹਨੇ ਅਜੇ ਤੱਕ ਵੀ ਆਪਣੇ ਅੰਦਰ ਜਗਾਈ ਨਹੀਂ। ਤੜਫ ਆਪਣੇ ਅੰਦਰ ਵਿਰਾਗ ਪੈਦਾ ਹੀ ਨਹੀਂ ਕੀਤਾ, ਤੜਫ ਪੈਦਾ ਨਹੀਂ ਕੀਤੀ ਕਿ ਇਹ ਅਕਾਲ ਪੁਰਖ ਹੁਣ ਮੈਨੂੰ ਸਮਝ ਲੱਗ ਗਈ ਕਿ ਤੇਰੇ ਬਗੈਰ ਦੁਨੀਆ ਤੇ ਕੋਈ ਵੀ ਨਹੀਂ, ਤੇ ਦੁਨੀਆ ਨੂੰ ਛੱਡ ਕੇ ਜਾਵਾਂਗੇ ਤੇ ਉੱਥੇ ਵੀ ਤੇਰੇ ਬਗੈਰ ਕੋਈ ਨਹੀਂ। ਕਿਉਂ? ਕਿਉਂਕਿ ਜਹਾਂ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਪੜ੍ਹੀ ਤੇ ਜਾਂਦੇ ਆ, ਪਰ ਕਿਉਂ ਨਹੀਂ ਸਮਝ ਲੱਗਦੀ? ਕਿਉਂਕਿ ਸੱਚੀ ਸੰਗਤ ਨਹੀਂ ਮਿਲੀ, ਗੁਰਮੁਖਾਂ ਦਾ ਸੰਗ ਪ੍ਰਾਪਤ ਨਹੀਂ ਹੋਇਆ, ਖੋਜ ਨਹੀਂ ਕੀਤੀ ਗੁਰਬਾਣੀ ਦੀ, ਸਮਝ ਨਹੀਂ ਲੱਗੀ। ਇਸ ਕਰਕੇ ਮਹਾਰਾਜ ਕਹਿੰਦੇ ਆ ਜਿੱਥੇ ਮਾਂ ਪਿਓ ਕੋਈ ਨਹੀਂ ਨਾ ਜਾ ਸਕਦਾ, ਦੁਨੀਆ ਦਾ ਕੋਈ ਜੀਵ ਨਹੀਂ ਜਾ ਸਕਦਾ, ਉੱਥੇ ਅਕਾਲ ਪੁਰਖ ਛਡਾਉਂਦਾ ਸਾਡੇ ਮਨ ਨੂੰ। ਸਤਿਗੁਰ ਅੱਗੇ ਸਮਝਾਉਂਦੇ ਗੁਰਬਾਣੀ ਵਿੱਚ, ਕਹਿੰਦੇ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆਰਾ ਹੀ। ਹੁਣ ਮਾਰੇ ਕਹਿੰਦੇ ਮਸਤਕ ਭਾਰ ਕਲਰ ਸਿਰ ਭਾਰਾ ਕਿਉਂ ਕਰ ਭਵਜਲ ਲੰਘ ਸਪਾਰਾ। ਹੁਣ ਮਾਰੇ ਕਹਿੰਦੇ ਮੱਥੇ ਦੀ ਲਿਖੀ ਹੋਈ ਲਕੀਰ ਆ, ਮਿਟਾ ਤੇ ਸਕਦਾ ਨਹੀਂ ਕੋਈ, ਪਰ ਤੂੰ ਫਿਰ ਵੀ ਇਹ ਪੰਜਾਂ ਦੇ ਆਖੇ ਲਾ ਕੇ ਭਾਰ ਚੁੱਕੀ ਜਾ ਰਿਹਾ, ਹਉਮੈ ਹੰਕਾਰ ਨਿੰਦਿਆ ਤੇ ਚੁਗਲੀ ਦਾ। ਕਿਉਂ ਕਰ ਭਵਜਲ ਲੰਘ ਸਪਾਰਾ। ਹੁਣ ਕਿਸੇ ਨੂੰ ਕਹੀਏ ਭਾਈ ਸਮੁੰਦਰ ਤੈਰ ਕੇ ਜਾਣਾ, ਉਹ ਕਹੂ ਮੈਂ ਤੈਰ ਲਾਂਗਾ, ਪਰ ਉਹਨੂੰ ਕਹੀਏ ਵੀ 50-60 ਕਿਲੋ ਦੀ ਬੋਰੀ ਤੇਰੇ ਸਿਰ ਤੇ ਜਾਂ ਤੇਰੀ ਪਿੱਠ ਤੇ ਰੱਖਣੀ ਆ ਤੇ ਤੈਰ, ਉਹ ਕਦੀ ਵੀ ਨਹੀਂ ਤੈਰ ਸਕਦਾ। ਹੁਣ ਸਾਡੇ ਮਨ ਨੇ ਕਾਮ ਕ੍ਰੋਧ ਲੋਭ ਹੰਕਾਰ ਦਾ ਭਾਰ ਤੇ ਆਪਣੇ ਉੱਤੇ ਚੁੱਕਿਆ ਆ, ਸਾਰਾ ਦਿਨ ਮਾਇਆ ਦੇ ਰਜੋਗੁਣ ਤਮੋਗੁਣ ਸਤੋਗੁਣ ਦੇ ਫੁਰਨੇ ਵਿਚਾਰਾਂ ਦਾ ਇੰਨਾ ਭਾਰ ਚੁੱਕਿਆ, ਤੇ ਹੁਣ ਅਸੀਂ ਕਹਿ ਲਈਏ ਵੀ ਤਰ ਸਕਦੇ ਹਾਂ ਭਵ ਸਾਗਰ ਨੂੰ, ਨਹੀਂ ਤਰ ਸਕਦੇ ਜਿੰਨਾ ਚਿਰ ਇਹਦਾ ਭਾਰ ਹੌਲਾ ਨਹੀਂ ਹੁੰਦਾ। ਤਾਂ ਹੀ ਮਹਾਰਾਜ ਕਹਿੰਦੇ ਆ, ਕਹਿੰਦੇ ਫਿਰ ਜੇ ਤੁਸੀਂ ਡੁੱਬ ਰਹੇ ਹੋ, ਦੇਖੋ ਸਤਿਗੁਰ ਇੰਨੀ ਕਿਰਪਾ ਕਰਦੇ ਆ, ਜੇ ਕਿਤੇ ਅਸੀਂ ਨਿਰਾਸ਼ਤਾ ਵੱਲ ਜਾਂਦੇ ਵੀ ਸਤਿਗੁਰ ਤੇ ਗੁਰਬਾਣੀ 'ਚ ਇੱਦਾਂ ਕਹਿੰਦੇ, ਫਿਰ ਉੱਥੇ ਬੜੇ ਪਿਆਰ ਨਾਲ ਸਮਝਾ ਵੀ ਦਿੰਦੇ ਵੀ ਧੀਓ ਪੁੱਤਰੋ ਫਿਕਰ ਨਾ ਕਰੋ, ਆਓ ਮੈਂ ਤੁਹਾਨੂੰ ਸਮਝਾਉਣਾ। ਜੇ ਤੁਹਾਡੇ ਉੱਤੇ ਭਾਰ ਆ ਨਾ ਕਾਮ ਕ੍ਰੋਧ ਲੋਭ ਹੰਕਾਰ ਦਾ, ਤੇ ਬੇੜਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੇ ਬੇੜੇ ਵਿੱਚ ਬਹਿ ਕੇ ਤੁਸੀਂ ਪਾਰ ਲੰਘਣਾ। ਉਹ ਸਤਿਗੁਰ ਕਹਿੰਦੇ ਸਤਿਗੁਰ ਬੋਹਿਥ ਆਦ ਜੁਗਾਦੀ। ਕਹਿੰਦੇ ਆਦ ਤੋਂ, ਜਦੋਂ ਤੋਂ ਆਪ ਸ੍ਰਿਸ਼ਟੀ ਉਹਨੇ ਸਾਜੀ, ਜੁਗਾਦੀ ਜੁਗਾਂ ਜੁਗਾਂ ਤੋਂ, ਸਤਯੁਗ ਤ੍ਰੇਤਾ ਦੁਆਪਰ ਕਲ ਯੁਗ ਆ ਗਿਆ। ਕਹਿੰਦੇ ਜੁਗਾਂ ਜੁਗਾਂ ਤੋਂ ਉਹ ਨਿਰੰਕਾਰ ਵਾਹਿਗੁਰੂ ਦਾ ਨਾਮ ਸਤਿਗੁਰ ਆਪ ਹੀ ਬੇੜਾ ਆ। ਕਹਿੰਦੇ ਸਤਿਗੁਰ ਬੋਹਿਥ, ਬੋਹਿਥ ਕਹਿੰਦੇ ਜਹਾਜ਼ ਨੂੰ, ਬੇੜੇ ਨੂੰ, ਕਹਿੰਦੇ ਸਤਿਗੁਰ ਬੋਹਿਥ ਆਥ ਜੁਗਾਦੀ। ਲੇਕਿਨ ਉਹ ਬੇੜੇ 'ਚ ਤਰਨਾ ਕਿਵੇਂ? ਕਹਿੰਦੇ ਰਾਮ ਨਾਮ ਨਿਸਤਾਰਾ ਹੈ।
ਕਹਿੰਦੇ ਉਸ ਪਰਮਾਤਮਾ ਦਾ ਰਾਮ ਦਾ ਨਾਮ ਜਪ ਕੇ ਆਪਾਂ ਇਸ ਬੇੜੇ ਦੇ ਭਵ ਸਾਗਰ ਤੋਂ ਪਾਰ ਜਾ ਸਕਦੇ ਹਾਂ ਜੇ ਆਪਾਂ ਜਪਿਆ ਨਹੀਂ। ਕਿਉਂਕਿ ਕਹਿੰਦੇ ਆ ਤੁਹਾਨੂੰ ਸੰਸਾਰ ਵਿੱਚ ਕਿਹਦੇ ਨਾਲ ਪਿਆਰ ਆ, ਕਹਿੰਦੇ ਪੁੱਤਰ ਕਲੱਤਰ ਜਗ ਹੇਤ ਪਿਆਰਾ। ਦੇਖੋ ਬਾਰ-ਬਾਰ ਸਤਿਗੁਰੂ ਸਮਝਾ ਰਹੇ, ਬਾਰ-ਬਾਰ ਕਹਿੰਦੇ ਪੁੱਤਰ ਕਲੱਤਰ ਜਗ ਹੇਤ ਪਿਆਰਾ। ਕਹਿੰਦੇ ਇੰਨਾ ਪਿਆਰ ਤੇਰਾ ਪੈ ਗਿਆ ਪੁੱਤਰਾਂ ਧੀਆਂ ਸੰਸਾਰ ਜੱਗ ਦੇ ਨਾਲ। ਪੁੱਤਰ ਕਲੱਤਰ ਜਗ ਹੇਤ ਪਿਆਰਾ। ਇਹ ਸਾਰਾ ਕੁਝ ਕੀ ਆ? ਕਹਿੰਦੇ ਮਾਇਆ ਮੋਹ ਪਸਰਿਆ ਪਸਾਰਾ। ਕਹਿੰਦੇ ਉਹਨੇ ਪਸਾਰਾ ਕੀਤਾ, ਇੱਕ ਮਾਇਆ ਬਣਾਈ ਆ ਤੁਹਾਨੂੰ ਭਰਮਾਉਣ ਵਾਸਤੇ। ਹਾਏ ਇਹ ਤੇ ਮੇਰਾ ਪੁੱਤਰ ਆ, ਇਹ ਤੇ ਮੇਰੀ ਧੀ ਆ, ਇਹ ਤੇ ਮੇਰੀ ਮਾਂ ਆ, ਇਹ ਤੇ ਮੇਰੀ ਪਤਨੀ ਆ, ਮੇਰਾ ਪਤੀ ਆ। ਇਹ ਮੋਹ ਦਾ ਮਾਇਆ ਦਾ ਪਸਾਰਾ ਕੀਤਾ ਉਹਨੇ। ਜਿਹੜਾ ਤੇ ਸਮਝ ਜਾਂਦਾ ਇਸ ਚੀਜ਼ ਨੂੰ, ਗਿਆਨ ਲੈ ਲੈਂਦਾ ਆ, ਉਹਨੂੰ ਸਮਝ ਲੱਗ ਜਾਂਦੀ। ਆਮ ਜੀਵ ਜਿਹੜਾ ਇਸ ਭਵ ਸਾਗਰ ਵਿੱਚ ਡੁੱਬ ਜਾਂਦਾ ਆ। ਮਹਾਰਾਜ ਗੁਰਬਾਣੀ 'ਚ ਕਹਿੰਦੇ ਪੁੱਤਰ ਕਲੱਤਰ ਜਗ ਹੇਤ ਪਿਆਰਾ, ਮਾਇਆ ਮੋਹ ਪਸਰਿਆ ਪਸਾਰਾ। ਤੇ ਸਤਿਗੁਰ ਕੀ ਕਹਿੰਦੇ ਆ? ਕਹਿੰਦੇ ਇਹ ਤਾਂ ਫਿਰ ਜਮਾਂ ਦੀ ਫਾਹੀ ਤੇਰੇ ਗਲ ਪਊਗੀ ਜੇ ਤੂੰ ਇਹਨਾਂ ਦਾ ਮੋਹ ਨਾ ਛੱਡਿਆ। ਜਮ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੀ। ਕਹਿੰਦੇ ਜਿਨਨੇ ਗੁਰਬਾਣੀ ਪੜ੍ਹ ਕੇ ਤਤ ਦੀ ਵਿਚਾਰ ਕਰ ਲਈ। ਤਤ ਕੀ ਆ? ਤਤ ਅਕਾਲ ਪੁਰਖ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਜਮਾਂ ਦੇ ਫਾਹੇ ਸਤਿਗੁਰ ਨੇ ਆਪ ਹੀ ਉਹਦੇ ਕੱਟ ਦੇਣੇ ਆ। ਜਮ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਜਿਨੇ ਇਸ ਤਤ ਦੀ ਵਿਚਾਰ ਕਰ ਲਈ ਉਹਦੀ ਫਾਹੀ ਕੱਟੀ ਗਈ। ਤੇ ਜੇ ਆਪਾਂ ਵੀ ਫਾਹੀ ਕੱਟਣੀ ਆ, ਜਿਵੇਂ ਗੁਰਮੁਖਾਂ ਨੇ ਪਾਵਨ ਬਚਨ ਕੱਲ ਲਿਖੇ ਸੀ ਕਿ ਮਨ ਮੇਰੋ ਗੱਜ ਜਿਹਬਾ ਮੇਰੀ ਕਾਤੀ। ਕਹਿੰਦੇ ਮਨ ਨੂੰ ਗੱਜ ਬਣਾਓ, ਜਿਹੜਾ ਕੱਪੜੇ ਮਿੰਨ ਵਾਲਾ ਗੱਜ ਹੁੰਦਾ। ਕਾਤੀ ਦਾ ਮਤਲਬ ਕੈਂਚੀ। ਕਹਿੰਦੇ ਜ਼ੁਬਾਨ ਨੂੰ ਕੈਂਚੀ ਬਣਾਓ ਤੇ ਕੀ ਕਰੋ? ਮਨ ਮੇਰੋ ਗੱਜ ਜਿਹਬਾ ਮੇਰੀ ਕਾਤੀ, ਮੱਪ ਮੱਪ ਕਾਟੂ ਜਮ ਕੀ ਫਾਸੀ। ਸੋ ਆਓ ਆਪਾਂ ਬੈਠੇ ਆ ਤੇ ਆਪਾਂ ਵੀ ਫਾਸੀ